ਬਿਸਮਿਲ੍ਲਾ ਜੀ। ਸਿਆਸਤ ਦੇ ਨਾਲ ਮੈਂ ਤੁਹਾਡਾ ਯਾਰ ਅਹਿਮਦ ਲਤੀਫ ਤੇ ਅੱਜ ਸਾਡੇ ਨਾਲ ਫਰਹਾਨਾ ਕੌਸਰ ਹੈਗੀਆਂ ਨੇ। ਫਰਹਾਨਾ ਕੌਸਰ ਸਾਡੇ ਨਾਲ ਜ਼ਾਹਿਰ ਹੈ ਰਿਪੋਰਟਿੰਗ ਕਰਦੀਆਂ ਨੇ, ਗੁਫ਼ਤਗੂ ਵੀ ਹੁੰਦੀ ਹੈ, ਐਂਕਰ ਪਰਸਨ ਵੀ ਹੈਗੀਆਂ ਨੇ, ਤਜਜ਼ੀਆਕਾਰ ਵੀ ਹੈਗੀਆਂ ਨੇ। ਲੇਕਿਨ ਅਸੀਂ ਅੱਜ ਕਿਉਂਕਿ ਮੈਂ ਤੇ ਇਹ ਦੋਏ ਮੀਡੀਆ ਪ੍ਰੈਕਟੀਸ਼ਨਰ ਹੈਗੇ ਆ ਤੇ ਅਸੀਂ ਲੋਕਾਂ ਨਾਲ ਸਾਡਾ ਵਾਹ ਰਹਿੰਦਾ ਤੇ ਲੋਕਾਂ ਨਾਲ ਅਸੀਂ ਗੱਲਾਂ ਕਰਦੇ ਰਹਿੰਦੇ ਹਾਂ। ਤੇ ਮੈਂ ਵੀ ਆਉਣ ਜਾਣ 'ਚ ਆਦਤਨ ਜਿਹਨੂੰ ਕਹਿੰਦੇ ਨੇ ਨਾ, ਮੈਂ ਵੀ ਸਵਾਲ ਜਵਾਬ ਸ਼ੁਰੂ ਕਰ ਦੇਣਾ ਤੇ ਜ਼ਾਹਿਰ ਹੈ ਰਿਪੋਰਟਰ ਦਾ ਕੀੜਾ ਹੁੰਦਾ, ਉਹ ਕੋਈ ਨਾ ਕੋਈ ਵਿੱਚੋਂ ਗੱਲ ਕੱਢਦਾ ਰਹਿੰਦਾ ਹੈ, ਕਿਉਂ ਬਾਈ ਇਹ ਕੀ ਹੋਇਆ, ਉਹ ਕੀ ਹੋਇਆ। ਇਸੇ ਤਰ੍ਹਾਂ ਹੀ ਸਾਰੇ ਰਿਪੋਰਟਰਾਂ ਦਾ ਇਹ ਹਾਲ ਹੁੰਦਾ। ਤੇ ਤੁਹਾਨੂੰ ਵੈਲਕਮ ਕਹਿਣਾ ਜੀ। अस्सलाम वालेकुम। वालेकुम अस्सलाम अहमद साहब, की हाल चाल है? अल्लाह ਦਾ ਬੜਾ ਕਰਮ ਹੈਗਾ। ਅੱਜ ਅਸੀਂ ਗੱਲ ਕਰਨੀ ਹੈ ਕਿ ਇਹ ਜਿਹੜਾ ਸਾਰਾ ਰੌਲਾ ਪਿਆ ਹੈ, ਅੱਧੇ ਤੋਂ ਜ਼ਿਆਦਾ ਪਾਕਿਸਤਾਨ ਪਾਣੀ 'ਚ ਡੁੱਬੇ ਹੈ। ਹਾਂਜੀ। ਤੇ ਜਨਾਬ ਇਮਰਾਨ ਖਾਨ ਦਾ ਦਿਲ ਕਰਦਾ ਮੈਨੂੰ ਕੁਰਸੀ ਦੇ ਦਿਓ। ਹਾਂਜੀ। ਤੇ ਉਹ ਦੂਜੇ ਸਾਹਿਬ ਜਿਹੜੇ ਨੇ ਉਹ ਲੰਦਨ ਗਏ ਨੇ ਤੇ ਅਮਰੀਕਾ ਗਏ ਨੇ ਤੇ ਸ਼ੰਘਾਈ ਤਾਮਨ ਤਨਜ਼ੀਮ ਪਤਾ ਨਹੀਂ ਕਿੱਥੇ ਕਿੱਥੇ ਕੋਲਾ ਲੈ ਕੇ ਫਿਰਦੇ ਨੇ ਪਏ, ਇਹਦੇ 'ਚ ਕੁਝ ਪਾ ਦਿਓ। ਤੇ ਇਹ ਜਿਹੜਾ ਮਾਮਲਾ ਹੈਗਾ ਇਹ ਕਦੋਂ ਤੱਕ ਅਸੀਂ ਕੋਲਾ ਲੈ ਕੇ ਫਿਰਦੇ ਰਵਾਂਗੇ। ਤੇ ਆਮ ਬੰਦਾ ਜਿਹੜਾ ਹੈ, ਮੇਰੇ ਨਜ਼ਦੀਕ ਆਮ ਬੰਦਾ ਜਿਹੜਾ ਹੈ ਉਹ ਬੜਾ ਸੱਚਾ ਹੁੰਦਾ, ਉਹਨੂੰ ਸਾਰੀਆਂ ਗੱਲਾਂ ਦਾ ਪਤਾ ਹੁੰਦਾ। ਤੇ ਜਿਹੜੇ ਲੀਡਰ ਤੇ ਦਾਨਿਸ਼ਵਰ ਉਹ ਆਮ ਆਦਮੀ ਨੂੰ ਉੱਲੂ ਦਾ ਪੱਠਾ ਸਮਝਦੇ ਨਾ, ਤੇ ਉਹ ਮੇਰੇ ਨਜ਼ਦੀਕ ਸਾਰਿਆਂ ਨਾਲੋਂ ਵੱਡੇ ਉੱਲੂ ਦੇ ਪੱਠੇ ਹੈਗੇ ਨੇ। ਤੇ ਤੁਸੀਂ ਕੀ ਕਹਿੰਦੇ ਹੋ ਪਏ ਇਹ ਸਲਾਬ ਤੇ ਇਹ ਸੀਟਾਂ ਤੇ ਇਹ ਆਵਾਂਗਾ ਤੇ ਉਹ ਆਵਾਂਗਾ ਤੇ ਇਹ ਧਰਨਾ ਦਿਆਂਗਾ, ਇਹ ਸਾਰੀਆਂ ਕੀ ਗੱਲਾਂ ਲੋਕ ਕੀ ਕਹਿੰਦੇ ਨੇ? अच्छा अहमद साहब, ਇਹਦੇ ਬਾਰੇ ਬੜੇ ਮੁxtਲਿਫ ਖਿਆਲਾਤ ਆ ਲੋਕਾਂ ਦੇ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕੋਲੇ ਦੀ ਕਿ ਕੋਲਾ ਲੈ ਕੇ ਫਿਰ ਰਹੇ ਨੇ ਜਗ੍ਹਾ ਜਗ੍ਹਾ ਔਰ ਕਹਿ ਰਹੇ ਆ ਕਿ ਇਹਨੂੰ ਭਰ ਦਿਓ। ਪਹਿਲੀ ਗੱਲ ਤਾਂ ਇਹ ਕਿ ਇਹ ਜਿਹੜਾ ਕੋਲਾ ਨਾ ਇਹ ਕਦੀ ਜ਼ਿੰਦਗੀ 'ਚ ਨਹੀਂ ਭਰ ਸਕਦਾ। ਠੀਕ ਆ, ਜਿਹੜਾ ਵੀ ਲੀਡਰ ਆਊਗਾ ਉਹਨੇ ਇਹ ਕੋਲਾ ਲੈ ਕੇ ਫਿਰਦੇ ਹੀ ਰਹਿਣਾ। ਇਹ ਉਹਨਾਂ ਦੀ ਖਸਲਤ 'ਚ ਵੀ ਆ ਤੇ ਉਹਨਾਂ ਦੇ ਕਹਿ ਲਓ ਕਿ ਜਬਿਲਤ ਵੀ ਆ ਔਰ ਉਹਨਾਂ ਦੀ ਜ਼ਰੂਰਤ ਵੀ ਆ। ਅੱਛਾ, ਆਦਤਨ ਮੰਗਦੇ ਨੇ, ਆਦਤਨ ਵੀ ਮੰਗਦੇ ਨੇ ਤੇ ਉਹਨਾਂ ਦੀ ਜ਼ਰੂਰਤ ਵੀ ਆ। ਠੀਕ, ਜ਼ਰੂਰਤ ਤੇ ਹੈ ਲੇਕਿਨ ਜ਼ਿਆਦਾ ਜਿਹੜੀ ਆਦਤ ਆ ਉਹਨਾਂ ਦੀ ਉਹ ਜਬਿਲਤ ਆ। ਅੱਛਾ, ਦੂਸਰੀ ਗੱਲ ਤੁਸੀਂ ਕੀਤੀ ਇਮਰਾਨ ਖਾਨ ਦੀ ਤੇ ਜਿੰਨਾ ਵੀ ਆ ਪਾਣੀ ਫੈਲਿਆ ਹੋਇਆ, ਪਾਣੀ ਦੇ ਵਿੱਚ ਜਿਹੜੀ ਆਵਾਮ ਡੁੱਬੀ ਹੋਈ, ਤੁਸੀਂ ਉਹਨਾਂ ਦੀ ਵੀ ਗੱਲ ਕੀਤੀ। ਆਵਾਮ ਦੀ ਕੀ ਗੱਲ ਕਰਦੇ ਹੋ? ਆਵਾਮ ਵਿਚਾਰੀ ਤੇ ਹਰ ਪਾਸਿਓਂ ਮਾਰ ਖਾਂਦੀ ਆ। ਆਵਾਮ ਵਿਚਾਰੀ ਤੇ ਹਰ ਵੇਲੇ ਇੰਤਜ਼ਾਰ 'ਚ ਹੁੰਦੀ ਆ ਕਿ ਕੋਈ ਮਸੀਹਾ ਆਵੇ ਤੇ ਉਹਨਾਂ ਦਾ ਮਸਲਾ ਹੱਲ ਕਰੇ। ਲੇਕਿਨ ਅਫਸੋਸ ਨਾਲ ਕਹਿਣਾ ਇਹ ਪੈਂਦਾ ਕਿ ਕੋਈ ਵੀ ਲੀਡਰ ਹੋਵੇ, ਕੋਈ ਵੀ ਬੰਦਾ ਹੋਵੇ, ਕੋਈ ਵੀ ਇਹ ਕੰਮ ਨਹੀਂ ਕਰਦਾ ਕਿ ਆਵਾਮ ਦੇ ਮਸਲੇ ਹੱਲ ਕੀਤੇ ਜਾਣ। ਹਰ ਇੱਕ ਨੂੰ ਆਪਣੀ ਕੁਰਸੀ ਦੀ ਪਈ ਆ, ਹਰ ਇੱਕ ਨੂੰ ਆਪਣੀ ਸਿਆਸਤ ਦੀ ਪਈ ਹੋਈ ਆ। ਤੁਸੀਂ ਬਾਹਰ ਦੀ ਗੱਲ ਕੀਤੀ ਕਿ ਬਾਹਰ ਗਏ ਹੋਏ, ਅਮਰੀਕਾ ਗਏ ਹੋਏ, ਲੰਦਨ ਗਏ ਹੋਏ ਆ। ਇਹ ਕਿਹੜਾ ਪਹਿਲਾ ਲੀਡਰ ਆ ਜਿਹੜਾ ਅਮਰੀਕਾ ਤੇ ਲੰਦਨ ਗਿਆ? ਇੱਥੇ ਤੇ ਜਿਹੜਾ ਵੀ ਆਂਦਾ ਉਹ ਸਿਰਫ ਆਪਣੀਆਂ ਸੀਟਾਂ ਨੂੰ ਦੇਖਦਾ ਤੇ ਆਪਣੇ ਟੂਰ ਉੱਥੇ ਦੇ ਕਰਦਾ ਤੇ ਆਪਣੀ ਜਿਹੜੀ ਉਹਨਾਂ ਦੀ ਰਹਾਇਸ਼ ਆ ਉਹ ਬੜੀ ਮਹਿੰਗੀ ਤਰੀਨ ਉਹ ਰੱਖਦੇ ਆ ਤੇ ਬੜਾ ਉੱਥੇ ਇੰਜੋਏ ਕਰਦੇ। ਲੇਕਿਨ ਅਫਸੋਸ ਨਾਲ ਕਹਿਣਾ ਇਹ ਪੈਂਦਾ ਕਿ ਜਿਹੜੀ ਆਵਾਮ ਆ ਵਿਚਾਰੀ ਗਰੀਬ, ਇਹਨਾਂ ਦਾ ਕੋਈ ਪੁਰਸਾਨੇ ਹਾਲ ਨਹੀਂ। ਆਵਾਮ ਦੇ ਨਾਲ ਜਿੱਦਾਂ ਕਿ ਤੁਸੀਂ ਪ੍ਰੋਗਰਾਮ ਦੇ ਇੰਟਰੋ 'ਚ ਕਿਹਾ ਕਿ ਸਾਡਾ ਵਾਸਤਾ ਪੈਂਦਾ ਹੀ ਰਹਿੰਦਾ। ਅਸੀਂ ਸਵਾਲ ਵੀ ਕਰਦੇ ਰਹਿੰਦੇ ਕਿਉਂਕਿ ਅਸੀਂ ਆਪਣੀ ਆਦਤ ਤੋਂ ਵੀ ਮਜਬੂਰ ਹਾਂ। ਬਿਲਕੁਲ, ਮੈਂ ਲੋਕਾਂ ਨਾਲ ਮਿਲਦੀ ਜਦੋਂ ਵੀ ਤੇ ਮੈਂ ਬੜੇ ਮੁxtਲਿਫ ਕਿਸਮ ਦੇ ਸਵਾਲਾਤ ਵੀ ਕਰਦੀ ਉਹਨਾਂ ਨੂੰ। ਮੈਂ ਉਹਨਾਂ ਨੂੰ ਪੁੱਛਿਆ ਕਿ ਬਈ ਤੁਸੀਂ ਅੱਜ ਕੱਲ੍ਹ ਦੇ ਲੀਡਰਾਂ ਦੇ ਬਾਰੇ ਤੁਹਾਡਾ ਕੀ ਖਿਆਲ ਆ? ਉਹਨਾਂ ਨੇ ਇਹ ਕਿਹਾ ਜੀ ਲੀਡਰ ਕਿਹੜੇ, ਇੱਥੇ ਤਾਂ ਸਿਰਫ ਖਾਣ ਵਾਸਤੇ ਬੈਠੇ ਹੋਏ ਆ, ਸਾਡਾ ਤਾਂ ਕੋਈ ਲੀਡਰ ਹੀ ਨਹੀਂ ਹੈ। ਅਸੀਂ ਤੇ ਆਪਣੇ ਮਸਲੇ ਵੀ ਆਪ ਹੱਲ ਕਰਨੇ ਆ, ਅਸੀਂ ਆਪਣੀਆਂ ਜ਼ਰੂਰਤਾਂ ਵੀ ਆਪ ਦੇਖਣੀਆਂ ਤੇ ਅਸੀਂ ਆਪਣੇ ਜਿਹੜੇ ਫਲੱਡ ਦੇ ਮਸਲੇ ਆ, ਜਿਹੜੇ ਸੈਲਾਬ ਦੇ ਮਸਲੇ, ਉਹ ਵੀ ਅਸੀਂ ਆਪ ਹੱਲ ਕਰਨੇ। ਅੱਛਾ, ਮੈਂ ਉਹਨਾਂ ਨੂੰ ਇਹ ਪੁੱਛਿਆ ਕਿ ਇੰਨੀ ਇਮਦਾਦ ਆ ਰਹੀ ਆ, ਤੁਹਾਨੂੰ ਕੋਈ ਇਮਦਾਦ ਮਿਲ ਰਹੀ ਆ, ਤੁਹਾਡੀ ਕੋਈ ਮਦਦ ਹੋ ਰਹੀ ਆ ਕਿ ਨਹੀਂ? ਕਹਿੰਦੇ ਜੀ ਹਾਲੇ ਫਿਲਹਾਲ ਤੇ ਕੋਈ ਨਹੀਂ ਹੋਈ, ਸਾਨੂੰ ਕੋਈ ਉਮੀਦ ਵੀ ਨਹੀਂ ਆ, ਅੱਗੇ ਦੇਖੋ ਹੁਣ ਕੀ ਬਣਦਾ। ਫਿਰ ਮੈਂ ਪੁੱਛਿਆ ਉਹਨਾਂ ਨੂੰ ਕਿ ਤੁਸੀਂ ਤਾਂ ਬੜੀ ਹਮਾਇਤ ਕਰਦੇ ਸੀ ਇਮਰਾਨ ਖਾਨ ਦੀ, ਤੇ ਇਮਰਾਨ ਖਾਨ ਦਾ ਸੁਣਾਓ, ਉਹਦਾ ਕੀ ਹਾਲ ਆ? ਆਇਆ ਤੁਹਾਡੇ ਕੋਲ, ਪਹੁੰਚਿਆ, ਕੋਈ ਹਾਲ ਅਹਿਵਾਲ ਕੀਤਾ? ਉਹ ਕਹਿੰਦੇ ਕਿਹੜਾ ਇਮਰਾਨ ਖਾਨ? ਇਮਰਾਨ ਖਾਨ ਉਹ ਜਿਹੜਾ ਪਹਿਲੇ ਸਿਆਸਤ 'ਚ ਸੀ, ਇਮਰਾਨ ਖਾਨ ਉਹ ਜਿਹੜਾ ਸਾਡੇ ਮੁਸਤਕਬਿਲ ਦੀਆਂ ਗੱਲਾਂ ਕਰਦਾ ਸੀ, ਉਹ ਇਮਰਾਨ ਖਾਨ ਜਿਹੜਾ ਕਹਿੰਦਾ ਸੀ ਅਸੀਂ ਤੁਹਾਨੂੰ ਨੌਕਰੀਆਂ ਦੇਵਾਂਗੇ। ਲੇਕਿਨ ਜਦੋਂ ਹਕੂਮਤ 'ਚ ਆਇਆ ਤੇ ਉਹਨਾਂ ਨੇ ਕੁਛ ਵੀ ਨਹੀਂ ਕੀਤਾ। ਤੇ ਹੁਣ ਜਦੋਂ ਹਕੂਮਤ 'ਚ ਹੀ ਨਹੀਂ ਤੇ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਹੋ? ਤੁਹਾਨੂੰ ਕੀ ਲੱਗਦਾ ਕਿ ਉਹ ਹਕੂਮਤ 'ਚ ਨਹੀਂ ਤੇ ਸਾਡੇ ਮਸਲੇ ਹੱਲ ਕਰੇਗਾ? ਕਦੀ ਵੀ ਨਹੀਂ ਕਰੇਗਾ। ਮੈਂ ਕਿਹਾ ਨਹੀਂ ਜੀ, ਉਹਨਾਂ ਨੇ ਤਾਂ ਬੜਾ ਟੈਲੀਥੋਨ ਉਹਨਾਂ ਨੇ ਸ਼ੁਰੂ ਕੀਤਾ ਹੋਇਆ ਫਲੱਡ ਵਾਸਤੇ, ਉਹ ਬੜਾ ਚੰਦਾ ਇਕੱਠਾ ਕਰਦੇ ਪਏ ਆ, ਲੋਕਾਂ ਦੀ ਬੜੀ ਮਦਦ ਕਰਦੇ। ਉਹਨਾਂ ਨੇ ਕਿਹਾ ਜੀ ਇਹ ਤਾਂ ਸਿਰਫ ਸੋਸ਼ਲ ਮੀਡੀਆ ਦੀ ਹੱਦ ਤੱਕ ਆ, ਸਾਡੇ ਤੱਕ ਤਾਂ ਹਾਲੇ ਤੱਕ ਕੋਈ ਨਹੀਂ ਪਹੁੰਚਿਆ। ਅੱਛਾ, ਡਿਜੀਟਲ ਇਮਦਾਦ ਹੈਗੀ ਹੈ ਜਿਹੜੀ ਤੱਕੀ ਜਾ ਸਕਦੀ ਹੈ, ਉਹ ਚੱਖੀ ਨਹੀਂ ਜਾ ਸਕਦੀ। ਚੱਖੀ ਨਹੀਂ ਜਾ ਸਕਦੀ। ਅੱਛਾ, ਹੁਣ ਅਸੀਂ ਅੱਗੇ ਵਧਨੇ ਹਾਂ ਜੀ। ਇੱਕ ਹੋਰ ਗੱਲ ਹੈਗੀ ਹੈ, ਸਾਡੇ ਇੱਥੇ ਮਰਾਦ ਯਾਫਤਾ ਤਬਕਾ ਹੈਗਾ।
ਇਹ ਹੁਣ ਨਵਾਂ ਬਿੱਲ ਇੱਕ ਪਾਸ ਹੋਇਆ ਜੇ, ਚੁੱਪ ਕੇ ਪਾਸ ਕਰ ਲੈਂਦੇ ਨੇ। ਇੱਕ ਤਾਂ ਫੇਰ ਤੁਹਾਡੀ ਬਿਜਲੀ ਜਿਹੜੀ ਹੋਰ ਮਹਿੰਗੀ ਹੋ ਗਈ ਹੈ, ਤੇ ਤੁਸੀਂ ਜਿਸ ਤਰ੍ਹਾਂ ਇਹ ਚੱਲ ਰਿਹਾ ਸਿਲਸਿਲਾ, ਮੈਂ ਪੁੱਛਿਆ ਉਹਨਾਂ ਕੋਲ, ਯਾਰ ਇਹ ਜਿਹੜਾ ਤੁਸੀਂ ਇਹ ਜਿਹੜਾ ਗੈਸ ਵਾਲਾ ਤੇ ਫਿਊਲ ਐਡਜਸਟਮੈਂਟ ਤੇ ਪਤਾ ਨਹੀਂ ਕੀ ਮੈਨੂੰ ਤਾਂ ਨਾਮ ਹੀ ਨਹੀਂ ਆਉਂਦੇ, ਪਤਾ ਨਹੀਂ ਚੌਖਾ ਸਾਰਾ ਕੰਮ ਹੈਗਾ, ਉਹ ਆਖਦੇ ਜੀ ਇਹ ਮੁਅੱਖਰ ਹੋਇਆ ਜੇ, ਇਹ ਮਾਫ ਨਹੀਂ ਜੇ ਹੋਇਆ, ਇਹ ਸਰਦੀਆਂ ਵਿੱਚ ਲਵਾਂਗੇ ਤੁਹਾਡੇ ਕੋਲੋਂ ਫੇਰ ਤੇ ਤੁਹਾਨੂੰ ਉਸ ਵੇਲੇ ਪਤਾ ਨਹੀਂ ਲੱਗਣਾਗਾ, ਕਿਉਂਕਿ ਬਿੱਲ ਤੁਹਾਡੇ ਥੋੜੇ ਹੋਣਗੇ। ਇੱਕ ਦੂਸਰਾ ਇਹ ਕਿਹਾ ਜੀ, ਇਹ ਜਿਹੜੇ ਜਨਰਲ ਹੈਗੇ ਨਾ ਤੇ ਜਿਹੜੇ ਜੱਜ ਹੈਗੇ ਨੇ, ਇਹ ਜਦੋਂ ਰਿਟਾਇਰ ਹੋਣਗੇ ਨਾ ਤੇ ਇਹਨਾਂ ਨੂੰ ਡਿਊਟੀ ਫ੍ਰੀ ਗੱਡੀ ਜਿਹੜੀ ਆ ਉਹ ਲੈਣ ਦੀ ਇਜਾਜ਼ਤ ਹੋਵੇਗੀ। ਅੱਛਾ, ਤੇ ਆਵਾਮ ਜਾਏ ਜਹੰਨਮ ਜਨਾਬ। ਨਹੀਂ ਤੇ ਅਹਿਮਦ ਸਾਹਿਬ ਮੈਨੂੰ ਇਹ ਦੱਸੋ, ਕਿਸੇ ਵੀ ਫੈਸਲੇ 'ਚ ਤੁਸੀਂ ਕਦੀ ਆਵਾਮ ਦੀ ਭਲਾਈ ਸੁਣੀ ਆ? ਤੁਸੀਂ ਕਦੀ ਇਹ ਸੁਣਿਆ ਕਿ ਆਵਾਮ ਦਾ ਫਾਇਦਾ ਵੀ ਕੀਤਾ ਗਿਆ? ਬਿਜਲੀ ਮਹਿੰਗੀ ਕਰਦੇ, ਗੈਸ ਮਹਿੰਗਾ ਕਰਦੇ, ਸਾਰਾ ਬੋਝ ਅਮੀਰ ਲੋਕਾਂ ਦਾ, ਉਮਰਾਂ ਦੀ ਤੁਸੀਂ ਗੱਲ ਕੀਤੀ, ਮਰਾਦ ਦੀ ਗੱਲ ਕੀਤੀ, ਇਹ ਸਾਰਾ ਤੇ ਉਹਨਾਂ ਵਾਸਤੇ ਆ। ਇਹ ਜਿੰਨੇ ਵੀ ਸਾਡੇ ਲੀਡਰ ਆ, ਜਿੰਨੀ ਵੀ ਐਲੀਟ ਕਲਾਸ ਆ, ਉਹਨਾਂ ਦੇ ਰਿਸ਼ਤੇਦਾਰ ਆ, ਉਹਨਾਂ ਦੇ ਮਿਲਣ ਮਿਲਾਨ ਵਾਲੇ, ਇਹ ਤੇ ਸਾਰਾ ਉਹਨਾਂ ਵਾਸਤੇ ਆ। ਸਾਡੇ ਵਾਸਤੇ ਜਾਂ ਸਾਡੇ ਜਿੰਨੇ ਵੀ ਭੈਣ ਭਰਾ ਗਰੀਬ ਆ, ਉਹਨਾਂ ਵਾਸਤੇ ਕੀ ਆ? ਬਿਜਲੀ ਦੇ ਬਿੱਲ ਦੀ ਤੁਸੀਂ ਗੱਲ ਕੀਤੀ, ਤੁਸੀਂ ਇਹ ਦੇਖੋ ਕਿ ਅਗਰ ਕਿਸੇ ਦਾ 1000 ਰੁਪਇਆ ਬਿੱਲ ਆ ਤੇ ਉੱਤੇ 3000 ਉਹਨਾਂ ਨੇ ਟੈਕਸ ਪਾਇਆ ਹੁੰਦਾ। ਗੱਲ ਕਰੋ, ਉਹ ਗਰੀਬ ਕੀ ਕਰੇ, ਕਿੱਥੇ ਜਾਵੇ? ਅਗਲੇ ਕਹਿੰਦੇ ਅਸੀਂ ਕਿੱਥੇ ਜਾਈਏ, ਅਸੀਂ ਰੋਟੀ ਖਾਈਏ ਕਿ ਅਸੀਂ ਬਿਜਲੀ ਦੇ ਬਿੱਲ ਦਈਏ? ਫਿਰ ਤੁਸੀਂ ਗੈਸ ਦੀ ਗੱਲ ਕਰਦੇ ਹੋ, ਜਿਹੜੇ ਤੁਸੀਂ ਗੱਲ ਕਰਦੇ ਹੋ ਨਾ ਬਿਜਲੀ ਦੇ ਬਿੱਲ ਔਰ ਗੈਸ ਦੇ ਬਿੱਲ ਸਰਦੀਆਂ ਨੂੰ ਜ਼ਿਆਦਾ ਹੋਣਗੇ, ਉਹ ਹੋਣੇ ਹੀ ਹੋਣੇ ਆ, ਕਿਉਂਕਿ ਇਹ ਜਿਹੜੇ ਇਹਨਾਂ ਨੇ ਏਸੀ ਚਲਾਏ ਹੋਏ ਗਰਮੀਆਂ ਨੂੰ, ਵੱਡੇ ਲੋਕਾਂ ਨੇ, ਉਹ ਵੀ ਸਾਰਾ ਬਿੱਲ ਆਵਾਮ ਤੇ ਬੋਝ ਪੈਣਾ। ਆ ਜਿਹੜੇ ਹੁਣ ਗੀਜ਼ਰ ਚੱਲਨੇ ਆ, ਜਿਹੜੇ ਹੁਣ ਇਲੈਕਟ੍ਰਿਕ ਹੀਟਰ ਚੱਲਨੇ ਆ, ਉਹ ਵੀ ਸਾਰਾ ਬੋਝ ਆਵਾਮ ਤੇ ਪੈਣਾ। ਤੇ ਤੁਸੀਂ ਇਹ ਦੱਸੋ ਆਵਾਮ ਦੇ ਬਾਰੇ ਫੈਸਲਾ ਇਹਨਾਂ ਨੇ ਕਦੀ ਕੀਤਾ ਕਦੋਂ ਆ? ਅੱਛਾ ਜੀ, ਅਸੀਂ ਫਿਰ ਹੁਣ ਥੋੜਾ ਜਿਹਾ ਅੱਗੇ ਜਾਈਏ। ਮੈਂ ਇੱਕ ਆਪਣਾ ਮੇਰਾ ਯਾਰ ਹੈ, ਮੈਂ ਵੀ ਕੁਝ ਬੰਦੇ ਰੱਖੇ ਨੇ ਦਾਨਿਸ਼ਵਰ ਜਿਹੜੇ ਆਵਾਮ ਵਿੱਚ ਮੌਜੂਦ ਹਨ, ਉਹ ਮੈਨੂੰ ਪੁੱਛਦੇ ਨੇ, ਮੈਂ ਕਿਹਾ ਯਾਰ ਇਹ ਸਲਾਬ ਦੀ ਗੱਲ ਕਰਦੇ ਹੋ ਪਏ, ਆਦੇ ਜਨਾਬ ਗੱਲ ਸੁਣੋ, ਅੱਧੇ ਨਾਲੋਂ ਜ਼ਿਆਦਾ ਪਾਕਿਸਤਾਨ ਡੁੱਬ ਗਿਆ ਤੇ ਜਿਹੜੇ ਇਮਰਾਨ ਖਾਨ ਸਾਹਿਬ ਨੂੰ ਆਦੇ ਜੀ ਮੈਨੂੰ ਕੁਰਸੀ ਫੇਰ ਦੇ ਦਿਓ, ਤੇ ਇਹਨੂੰ ਕੌਣ ਰੋਕੇਗਾ? ਮੈਂ ਕਿਹਾ ਤੁਸੀਂ ਦੱਸੋ ਕੌਣ ਰੋਕੇਗਾ? ਆਵਾਮ ਨੂੰ ਰੋਕਣਾ ਚਾਹੀਦਾ ਨਾ ਜੀ ਨਾ, ਉਹ ਕਹਿੰਦੇ ਜੀ ਅਦਾਲਤ ਨੂੰ ਰੋਕਣਾ ਚਾਹੀਦਾ ਨਾ, ਐਮਰਜੈਂਸੀ ਲਾਗੂ ਕਰਨ। ਉਹ ਆਖਣ ਜੀ ਸਾਰੇ ਰਲ ਕੇ ਨਾ ਆਪਣੀਆਂ ਮਰਾਤਾਂ, ਆਪਣੀਆਂ ਤਨਖਾਹਾਂ, ਆਪਣੇ ਟੈਕਸ, ਉਹ ਸਾਰਾ ਕੁਝ ਛੱਡੋ, ਆਪਣੀਆਂ ਗੱਡੀਆਂ, ਪ੍ਰੋਟੋਕੋਲ ਛੱਡੋ, ਤੇ ਉਹ ਸਾਰੇ ਪੈਸੇ ਜਿਹੜੇ ਨੇ ਇਹ ਜਿਹੜੇ ਡੁੱਬੇ ਲੋਕ ਨਾ ਇਹਨਾਂ ਨੂੰ ਦਿਓ, ਤੇ ਐਮਰਜੈਂਸੀ ਲਾਗੂ ਕਰੋ 5 ਸਾਲ ਵਾਸਤੇ। ਸਾਰੇ ਲੋਕ ਚੁੱਪ ਕਰਕੇ ਸਿਰਫ ਆਪਣੇ ਲੋਕਾਂ ਨੂੰ ਬਹਾਲ ਕਰਨ। ਮੈਂ ਕਿਉਂ ਲੱਗੀ? ਆਦਾ ਜਨਾਬ ਕੈਦ ਪੈਣ ਲਗਾ ਜੇ, ਜ਼ਮੀਨਾਂ ਨਹੀਂ ਹੈਗੀਆਂ, ਉਸ ਤੋਂ ਬਾਅਦ ਬਿਮਾਰੀਆਂ ਪਵਣਗੀਆਂ, ਤੇ ਇਹ ਸਾਰਾ ਕਿਸ ਠੀਕ ਕਰਨਾ ਜਨਾਬ? ਤੁਸੀਂ ਦੱਸੋ ਨਾ ਕੀ ਕਹਿੰਦੇ ਹੋ ਪਏ? ਅੱਛਾ ਅਹਿਮਦ ਸਾਹਿਬ, ਤੁਸੀਂ ਗੱਲ ਕੀਤੀ ਕਿ ਉਹ ਕਹਿੰਦਾ ਮਰਾਦ ਛੱਡਣ ਤੇ ਆ ਸਾਰੀਆਂ ਗੱਲਾਂ ਛੱਡਣ, ਇਹ ਕਿੱਦਾਂ ਦੀਆਂ ਨਾਮੁਮਕਿਨ ਗੱਲਾਂ ਕਰਦੇ ਵਿਚਾਰੇ ਮਾਸੂਮ ਆਵਾਮ, ਉਹਨਾਂ ਦੀਆਂ ਖਾਹਿਸ਼ਾਂ ਵੀ ਬੜੀਆਂ ਮਾਸੂਮ ਆ, ਤੇ ਉਹਨਾਂ ਦੇ ਸਵਾਲ ਨੂੰ ਆਦੇ ਨਾ ਅਦਾਲਤ ਨੂੰ ਹੁਕਮ ਲਾਗੂ ਕਰ ਦੇਣਾ ਚਾਹੀਦਾ। ਗੱਲ ਸੁਣੋ ਅਹਿਮਦ ਸਾਹਿਬ, ਉਹਨਾਂ ਨੇ ਸਹੀ ਕਿਹਾ, ਅਦਾਲਤ ਨੂੰ ਹੁਕਮ ਲਾਗੂ ਕਰਨਾ ਚਾਹੀਦਾ, ਲੇਕਿਨ ਅਸੀਂ ਕੀ ਕਰੀਏ ਕਿ ਉਹਨਾਂ ਦੇ ਹੱਕ 'ਚ ਕਦੀ ਕੋਈ ਫੈਸਲਾ ਨਾ ਉਹਨਾਂ ਦੇ ਖਿਲਾਫ ਗਿਆ ਹੀ ਨਹੀਂ ਆ। ਆਵਾਮ ਦੇ ਹੱਕ 'ਚ ਫੈਸਲੇ ਬੜੇ ਘੱਟ ਹੁੰਦੇ ਆ। ਤੁਸੀਂ ਮਰਾਦ ਦੀ ਗੱਲ ਕਰਦੇ ਹੋ, ਆ ਜਿਹੜੇ ਸਾਡੇ ਲੀਡਰ ਹੁਣ ਬਾਹਰ ਬੈਠੇ ਆ, ਇਹ ਇੰਨਾ ਅਮੀਰ ਆ, ਅਰਬਾਂ ਰੁਪਇਆ ਇਹਨਾਂ ਨੇ ਕਮਾਇਆ ਹੋਇਆ। ਅਸੀਂ ਵਾਈਟ ਮਨੀ ਤੇ ਬਲੈਕ ਮਨੀ ਦੀ ਤਾਂ ਗੱਲ ਹੀ ਨਹੀਂ ਕਰਦੇ, ਅਸੀਂ ਇਹ ਕਹਿੰਦੇ ਕਿ ਤੁਹਾਡੇ ਕੋਲ ਅਰਬਾਂ ਰੁਪਇਆ ਵਾ, ਤੁਸੀਂ ਸਿਰਫ ਆਵਾਮ ਦੀ ਭਲਾਈ ਲਈ ਇਹ ਕਰੋ ਕਿ ਜਿਹੜੇ ਤੁਹਾਡੇ ਕੋਲ ਪੈਸੇ ਆ, ਤੁਸੀਂ ਇੰਨਾ ਕਮਾਇਆ ਹੋਇਆ ਸਾਡੇ ਮੁਲਕ ਚੋਂ, ਪਿਆਰੇ ਪਾਕਿਸਤਾਨ ਚੋਂ, ਸਾਡੇ ਟੈਕਸ ਦਾ ਪੈਸਾ, ਤੁਸੀਂ ਸਿਰਫ ਔਰ ਸਿਰਫ ਜਦੋਂ ਆਫੀਸ਼ੀਅਲ ਟੂਰ ਤੇ ਜਾਂਦੇ ਹੋ, ਇੱਕ ਟੂਰ ਸਿਰਫ ਪੱਲਿਓਂ ਕਰ ਲਓ, ਔਰ ਜਿਹੜਾ ਤੁਸੀਂ ਗਵਰਨਮੈਂਟ ਦੇ ਪੈਸੇ ਲਾਣੇ ਨਹੀਂ ਖਾਣਾ ਅਸੀਂ, ਤੁਸੀਂ ਉਹਦੇ ਤੇ ਕਰ ਦਿਓ, ਤੁਹਾਡੀ ਬੜੀ ਘਰੋਂ ਖਾ ਲਈਏ ਤੇ ਆਖੀ ਤੇ ਅੱਜ ਜਿਹੜਾ ਹਜ਼ਮ ਨਹੀਂ ਹੋਇਆ, ਆਰਾਮ ਖਾ ਲਿਆ। ਅੱਛਾ ਇੱਕ ਹੋਰ ਗੱਲ ਜੇ, ਉਹ ਜਿਹੜੇ ਮੈਇਸ਼ਤ ਦੀ ਗੱਲ ਚੰਗਾ ਹੋਇਆ ਤੁਸੀਂ ਦੱਸ ਦਿੱਤੀ ਹੈ, ਉਹ ਜਿਹੜੇ ਡਾਰ ਸਾਹਿਬ ਸਨ ਨਾ, ਉਹਨਾਂ ਨੂੰ ਸਾਖ ਡਾਲਰ ਕਹਿੰਦੇ ਸਨ, ਉਹ ਫੇਰ ਵਾਪਸ ਆਉਣ ਲੱਗੇ ਜੇ, ਉਹ ਕੀ ਕਰ ਲੈਣਗੇ ਜ਼ਰਾ ਦੱਸਣਾ ਮੈਨੂੰ? ਜੋ ਉਹਨਾਂ ਨੇ ਪਹਿਲੇ ਕੀਤਾ ਸੀ, ਪਹਿਲੇ ਉਹ ਕੀ ਕਰਕੇ ਗਏ ਆ ਜਿਹੜਾ ਉਹਨਾਂ ਨੇ ਹੁਣ ਕਰਨਾ। ਔਰ ਮੌਜੂਦਾ ਲੀਡਰਾਂ ਦੀ ਅਗਰ ਅਸੀਂ ਗੱਲ ਕਰੀਏ ਜਾਂ ਪੀਟੀਆਈ ਦੀ ਗੱਲ ਕਰੀਏ ਜਿਹੜੀ ਲੰਘ ਚੁੱਕੀ ਆ, ਇਹਨਾਂ ਚੋਂ ਕਿਹੜਾ ਐਸਾ ਬੰਦਾ ਜਾਂ ਕਿਹੜਾ ਕੋਈ ਫਾਈਨੈਂਸ਼ੀਅਲ ਸਪੋਰਟਰ ਸੀ ਜਿਹਨੇ ਸਹੀ ਇਕਨੋਮੀ ਨੂੰ ਸਟੇਬਲ ਕੀਤਾ ਜਾਂ ਆਵਾਮ ਦੇ ਫਾਇਦੇ ਦੀ, ਆਵਾਮ ਦੇ ਹੱਕ 'ਚ ਕੋਈ ਉਹਨਾਂ ਨੇ ਫੈਸਲਾ ਕੀਤਾ? ਕੋਈ ਐਸਾ ਮੈਨੂੰ ਲੀਡਰ ਦੱਸ ਦਿਓ, ਕੋਈ ਹੈਗਾ ਜਿਹਦੇ ਵਾਸਤੇ ਆਵਾਮ ਨੇ ਕਿਹਾ ਹੋਵੇ ਕਿ ਹਾਂ ਬਈ ਇਹਨਾਂ ਨੇ ਸਹੀ ਫੈਸਲਾ ਕੀਤਾ ਤੇ ਸਾਨੂੰ ਹੁਣ ਫਾਇਦਾ ਇਹਦਾ? ਅੱਛਾ ਇੱਕ ਹੋਰ ਗੱਲ ਮੈਂ ਪੁੱਛਣੀ ਤੁਹਾਡੇ ਕੋਲੋਂ, ਲੋਕ ਜ਼ਾਹਿਰ ਹੈ ਅਸੀਂ ਤੁਸੀਂ ਬੜੇ ਜ਼ਾਹਿਰ ਹੈ ਸਾਡੀ ਜੌਬ ਦੀ ਨੇਚਰ ਹੈਗੀ, ਅਸੀਂ ਜ਼ਰਾ ਦਾਨਿਸ਼ਵਰ ਵੀ ਬਣਨਾ ਹੁੰਦਾ, ਫਿਰ ਅਸੀਂ ਆਮ ਆਦਮੀ ਵੀ ਬਣ ਜਾਂਦੇ ਹਾਂ, ਅਦਾਕਾਰੀਆਂ ਸ਼ਾਰੀਆਂ ਸਾਨੂੰ ਕਰਨੀਆਂ ਪੈਂਦੀਆਂ ਨੇ। ਇਹ ਜਿਹੜਾ IMF ਹੈ, ਇਹ ਸੁਣਿਆ ਇਹ ਜਿਸ ਮੁਲਕ 'ਚ ਗਿਆ ਉਹ ਮੁਲਕ ਕਦੇ ਹਰਾ ਨਹੀਂ ਹੋਇਆ, ਤੁਹਾਡਾ ਕੀ ਤਜਰਬਾ ਹੈ? ਨਹੀਂ ਤੇ ਤੁਹਾਨੂੰ ਪਾਕਿਸਤਾਨ ਦੇ ਹਾਲਾਤੋਂ ਇਸ ਗੱਲ ਤੇ ਯਕੀਨ ਨਹੀਂ ਆਇਆ ਹਾਲੇ ਤੱਕ ਕਿ ਉਹ ਸਹੀ ਕਿਹਾ ਜਾਂਦਾ ਕਿ ਜਿੱਥੇ ਜਾਂਦਾ ਉਹ ਮੁਲਕ ਬਿਲਕੁਲ ਖਤਮ ਹੋ ਜਾਂਦਾ? ਉਹ ਇਸ ਤੋਂ ਕਿ ਦੇਖੋ ਸਾਡੇ ਇਸਲਾਮ ਦੇ ਵਿੱਚ ਸੂਦ ਹਰਾਮ ਆ, ਪਹਿਲੀ ਗੱਲ।
ਠੀਕ ਆ। ਸੂਦ ਦੇਣ ਵਾਲਾ ਤੇ ਲੈਣ ਵਾਲਾ ਦੋਨੋਂ ਇੱਕੋ ਜਿਹੇ ਨੇ, ਬੇਸ਼ੱਕ ਦਵੋ ਜਾਂ ਲਵੋ, ਉਹਨਾਂ ਦਾ ਦਰਜਾ ਇੱਕੋ ਹੀ ਆ। ਤੁਹਾਨੂੰ ਗੁਨਾਹ ਉਨਾ ਹੀ ਹੋਣਾ। ਆਦਮ ਜੀ ਰੱਬ ਨਾਲ ਲੜਾਈ ਹੈ, ਰੱਬ ਨਾਲ ਡਾਇਰੈਕਟ ਜੰਗ ਆ। ਉਹਨਾਂ ਨੇ ਬਿਲਕੁਲ ਵਾਜ਼ਿਹ ਅਲਫਾਜ਼ ਚ ਕੁਰਾਨ ਪਾਕ ਚ ਲਿਖਿਆ। ਉਹਦੇ ਬਾਵਜੂਦ ਅਸੀਂ ਜਦੋਂ ਸੂਦ ਵੱਲ ਜਾਂਦੇ ਆ ਤੇ ਤੁਸੀਂ ਮੈਨੂੰ ਇਹ ਦੱਸੋ, ਵੱਡਿਆਂ ਕੋਲੋਂ ਮੈਂ ਸੁਣਿਆ ਹੋਇਆ ਕਿ ਸੂਦ ਇੱਕ ਐਸੀ ਚੀਜ਼ ਆ, ਉਹ ਜਦੋਂ ਆਂਦੀ ਆ ਤੇ ਅਸਲ ਨੂੰ ਵੀ ਲੈ ਡੁੱਬਦੀ ਹੈ, ਸਾਰੀ ਬਰਕਤ ਮੁੱਕ ਜਾਂਦੀ ਹੈ, ਸਾਰੀ ਬਰਕਤ ਮੁੱਕ ਜਾਂਦੀ ਹੈ। ਤੇ ਜਦੋਂ ਅਸੀਂ ਸੂਦ ਤੇ ਕਰਜ਼ੇ ਲਈ ਜਾਵਾਂਗੇ, ਪਹਿਲੇ ਕਰਜ਼ੇ ਲਾਣ ਨੂੰ ਅਸੀਂ ਮਜ਼ੀਦ ਕਰਜ਼ਾ ਲੈਨੇ ਆ, ਉਹ ਸੂਦ ਦੇ ਵਿੱਚ ਮਜ਼ੀਦ ਇਜ਼ਾਫਾ ਹੋ ਜਾਂਦਾ ਤੇ ਉਹ ਕਿੱਦਾਂ ਕੋਈ ਹਰਾ ਹੋ ਸਕਦਾ, ਉਹ ਕਿੱਦਾਂ ਕੋਈ ਪਾਕਿਸਤਾਨ ਤਰੱਕੀ ਕਰ ਸਕਦਾ। ਮੈਂ ਤੁਹਾਨੂੰ ਪਹਿਲੇ ਵੀ ਇੱਕ ਗੱਲ ਕਹੀ ਅਹਿਮਦ ਸਾਹਿਬ, ਅਗਰ ਜਿਹੜੀ ਇਹਨਾਂ ਕੋ ਮਰਾਤ ਆ, ਇੰਨੇ ਅਮੀਰ ਆ, ਅਰਬਾਂ ਰੁਪਇਆ ਇਹਨਾਂ ਨੇ ਰੱਖਿਆ ਹੋਇਆ, ਇਹ ਚਾਂਦ ਤੇ ਕਰਜ਼ਾ ਵੀ ਲਾ ਸਕਦੇ ਆ, ਆਵਾਮ ਵੀ ਦੇਣ ਨੂੰ ਤਿਆਰ। ਆਵਾਮ ਨੇ ਇਹ ਕਿਹਾ ਸੀ ਕਿ ਅਸੀਂ ਤਿਆਰ ਆ, ਤੁਸੀਂ ਅਗਰ ਫੀ ਜਿਹੜੇ ਗਵਰਨਮੈਂਟ ਦੇ ਮੁਲਾਜ਼ਮ ਆ ਜਾਂ ਪ੍ਰਾਈਵੇਟ ਜਿਨ੍ਹਾਂ ਦੇ ਸੈਕਟਰ ਆ ਕੋਈ ਮੁਲਾਜ਼ਮਤਾਂ ਕਰਦੇ, ਤੁਸੀਂ ਸਾਡੇ ਕੋਲੋਂ 1% ਜਾਂ 2% ਜਿੰਨਾ ਤੁਸੀਂ ਲੈਣਾ ਉਹ ਸਾਡੇ ਕੋਲੋਂ ਲਵੋ, ਰਲ ਕੇ ਆਪਾਂ ਕਰਜ਼ਾ ਲਾ ਦਿੰਨੇ ਆ। ਕਰਜ਼ਾ ਲਾ ਦਈਏ, ਕਰਜ਼ਾ ਲਾ ਕੇ ਫਿਰ ਇਹ ਹੋਏਗਾ ਕਿ ਚਲੋ ਸਾਡੇ ਲਈ ਥੋੜੇ ਹਾਲਾਤ ਬਿਹਤਰ ਹੋ ਜਾਣਗੇ। ਕਿਉਂਕਿ ਤੁਸੀਂ ਦੇਖੋ ਜਦੋਂ ਵੀ ਅਸੀਂ IMF ਵੱਲ ਜਾਂਦੇ ਉਹ ਸ਼ਰਤਾਂ ਰੱਖ ਦਿੰਦਾ, ਤੁਸੀਂ ਬਿਜਲੀ ਮਹਿੰਗੀ ਕਰੋ, ਤੁਸੀਂ ਆ ਕਰ ਦੋ। ਲੇਕਿਨ ਮੈਂ ਆਮ ਲੋਕਾਂ ਨੂੰ ਅੱਛਾ ਉਹ ਸ਼ਰਤ ਇਹ ਕਿਉਂ ਨਹੀਂ ਲਾਂਦਾ ਜੀ? ਆਮ ਜੀ ਮੈਂ ਆਮ ਆਵਾਮ ਨੂੰ ਮਿਲੀ, ਆਮ ਆਵਾਮ ਦਾ ਸਵਾਲ ਆ ਇੱਕ, ਉਹ ਇਹ ਕਹਿੰਦੀ ਆ ਕਿ ਜੀ ਇਹ ਸਾਰੀਆਂ ਸ਼ਰਤਾਂ ਗਰੀਬਾਂ ਵਾਸਤੇ ਕਿਉਂ, ਇਹਨਾਂ ਅਮੀਰਾਂ ਵਾਸਤੇ ਕਿਉਂ ਨਹੀਂ? ਵੀ ਇਹ ਬੰਦ ਕਰੋ ਇਹਨਾਂ ਦਾ। ਕਿਉਂ ਨਹੀਂ ਕਹਿੰਦੇ ਕਿ ਤੁਸੀਂ ਪ੍ਰੋਟੋਕੋਲ ਛੱਡੋ, ਤੁਸੀਂ ਬਾਹਰ ਦੇ ਮੁਲਕਾਂ ਦੇ ਵਜ਼ੀਰ ਆਜ਼ਮ ਦੇਖੋ, ਤੁਸੀਂ ਕੈਨੇਡਾ ਦਾ ਵਜ਼ੀਰ ਆਜ਼ਮ ਦੇਖੋ, ਤੁਸੀਂ ਇੰਗਲੈਂਡ ਦਾ ਦੇਖੋ, ਉਹਨਾਂ ਦੇ ਫਲੈਟਾਂ 'ਚ ਰਹਿੰਦੇ ਨੇ, ਫਲੈਟਾਂ 'ਚ ਰਹਿੰਦੇ। ਅੱਛਾ ਬੜੀ ਇੱਕ ਗੱਲ ਪਬਲਿਕ ਟਰਾਂਸਪੋਰਟ ਯੂਜ਼ ਕਰਦੇ, ਬੜੀ ਜ਼ਰੂਰੀ ਗੱਲ ਮੇਰੇ ਜ਼ਿਹਨ 'ਚ ਆਈ, ਬੋਰਿਸ ਜੌਨਸਨ ਦੀ ਅਗਰ ਆਪਾਂ ਗੱਲ ਕਰੀਏ। ਅੱਛਾ ਕਰੋਨਾ ਦੇ ਵਿੱਚ ਉੱਥੇ ਪਾਬੰਦੀ ਸੀ ਕਿ ਤੁਸੀਂ ਨਾ ਮਹਿਫਿਲ ਨਹੀਂ ਲਾ ਸਕਦੇ, ਤੁਸੀਂ ਕੋਈ ਗੈਟ ਟੂਗੇਦਰ ਨਹੀਂ ਕਰ ਸਕਦੇ। ਬੋਰਿਸ ਜੌਨਸਨ ਨੇ ਇੱਕ ਪ੍ਰਾਈਵੇਟ ਇਵੈਂਟ ਆਰਗੇਨਾਈਜ਼ ਕੀਤਾ ਜਦੋਂ ਹਕੂਮਤ 'ਚ ਸੀ। ਠੀਕ ਅੱਛਾ ਉਹਦੇ ਤੇ ਕੇਸ ਬਣ ਗਿਆ, ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਕਿ ਬਈ ਤੂੰ ਅਗਰ ਪ੍ਰਾਈਮ ਮਿਨਿਸਟਰ ਵੀ ਆ ਤੇ ਤੂੰ ਕੀ ਆਲਾਕਾਰ ਆ, ਇਹਦੇ ਤੋਂ ਜਾਂ ਮੁਬਰਰਾ ਵਾ ਕਿ ਤੂੰ ਅਗਰ ਕਰੋਨਾ 'ਚ ਹੈ ਤੇ ਤੂੰ ਇਦਾਂ ਦੀਆਂ ਇਵੈਂਟ ਰੱਖਦਾ ਪਿਆ, ਲੋਕਾਂ ਦੀ ਜ਼ਿੰਦਗੀ ਦਾਅ ਤੇ ਲਾਏ। ਅੱਛਾ ਹੋਇਆ ਕਿ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੋਈ, ਇਨਵੈਸਟੀਗੇਸ਼ਨ ਤੋਂ ਬਾਅਦ ਉਹਨੂੰ ਰਿਜ਼ਾਈਨ ਕਰਨਾ ਪਿਆ। ਉਹਨੇ ਕਿਹਾ ਕਿ ਇਹ ਕੰਮ ਮੈਂ ਇਹਦੀ ਮਾਫੀ ਮੰਗਦਾ ਤੇ ਮੈਂ ਆਇੰਦਾ ਨਹੀਂ ਕਰੂੰਗਾ। ਔਰ ਜਿੰਨੀ ਦੇਰ ਤੱਕ ਨਵਾਂ ਵਜ਼ੀਰ ਆਜ਼ਮ ਨਹੀਂ ਆਇਆ ਉਹਨੇ ਉੱਥੇ ਕੰਮ ਕੀਤਾ, ਲੇਕਿਨ ਪੂਰੀ ਦੁਨੀਆ 'ਚ ਕਿਸੇ ਨੂੰ ਨਜ਼ਰ ਨਹੀਂ ਆਇਆ ਮੀਡੀਆ ਤੇ ਕਿ ਬੋਰਿਸ ਜੌਨਸਨ ਬਿਹਾਈਂਡ ਦਾ ਸੀਨ ਟੈਂਪਰੇਰੀ ਵਜ਼ੀਰ ਆਜ਼ਮ ਕੰਮ ਕਰਦਾ ਪਿਆ ਵਾ ਜੀ। ਜਦੋਂ ਤੱਕ ਨਵੀਂ ਵਜ਼ੀਰ ਆਜ਼ਮ ਉਹਨਾਂ ਦੀ ਨਹੀਂ ਆਈ ਸੀ। ਤੇ ਤੁਸੀਂ ਪਾਕਿਸਤਾਨ ਦੇ ਹਾਲਾਤ ਦੇਖੋ, ਤੋਬਾ ਜੀ ਤੋਬਾ, ਇੱਥੇ ਅਯਾਜ਼ ਮੀਰ ਦਾ ਮੁੰਡਾ ਆਪਣੀ ਜ਼ਨਾਨੀ ਮਾਰ ਛੱਡਦਾ ਬਾਹਰੋਂ ਬੁਲਾ ਕੇ, ਮਾਰ ਸਿੱਟਦਾ। ਤੁਸੀਂ ਦੇਖੋ ਕਿੰਨਾ ਵਾਕਿਆ, ਉਹ ਕਿੰਨਾ ਵੱਡਾ ਵਾਕਿਆ ਔਰ ਕਿੰਨੀ ਜ਼ਿਆਦਤੀ ਉਸ ਔਰਤ ਦੇ ਨਾਲ ਹੋਈ। ਉਸ ਤੋਂ ਪਹਿਲਾਂ ਨੂਰ ਮੁਕੱਦਮ ਹੋਇਆ, ਹਾਂਜੀ ਨੂਰ ਮਰੀਜ਼ ਲੋਕ ਕੇਸ ਹੋਇਆ। ਫਿਰ ਅੱਛਾ ਅਹਿਮਦ ਸਾਹਿਬ ਅਸੀਂ ਅਗਰ ਇਹਨਾਂ ਚੀਜ਼ਾਂ ਦਾ ਜ਼ਿਕਰ ਕਰੀਏ ਤੇ ਤੁਹਾਨੂੰ ਪਤਾ ਹੈ ਇੰਨੇ ਇਹਦੇ ਵਾਕਿਆਤ ਆ, ਇੰਨੀ ਲੰਬੀ ਲਿਸਟ ਆ ਕਿ ਸ਼ਾਇਦ ਦਿਲ ਰੋਣ ਲੱਗ ਪੈਂਦਾ ਤੇ ਅਸੀਂ ਉਹ ਨਾ ਗਿਣ ਸਕੀਏ। ਇੱਥੇ ਚੰਦ ਇੱਕ ਕੇਸ ਆ ਜਿਹੜੇ ਬਹੁਤ ਜ਼ਿਆਦਾ ਹਾਈਲਾਈਟ ਔਰ ਇਸਲਾਮਾਬਾਦ ਦੇ ਨਾ ਇਸ ਗੱਲ ਯਾਦ ਆ ਜਾਂਦੇ। ਹਾਂਜੀ ਬਿਲਕੁਲ ਇਸਲਾਮਾਬਾਦ ਹੀ ਹੈ, ਬਿਲਕੁਲ ਤੁਸੀਂ ਸਹੀ ਕਿਹਾ। ਲੇਕਿਨ ਮਸਲਾ ਇਹ ਆ ਕਿ ਆਵਾਮ ਇਹ ਚਾਹੁੰਦੀ ਆ ਕਿ ਸਾਡੀ ਵੀ ਸੁਣਵਾਈ ਹੋਵੇ, ਸਾਡੇ ਮਸਲੇ ਹੱਲ ਕੀਤੇ ਜਾਣ। ਇਹ ਲੀਡਰਾਂ ਨੂੰ ਸਵਾਏ ਕੁਰਸੀ ਦੇ, ਪੈਸੇ ਕਮਾਉਣ ਦੇ ਤੇ ਆਪਣੀਆਂ ਸਾਇਸ਼ਾਂ ਦੇ ਹੋਰ ਕੋਈ ਮਤਲਬ ਨਹੀਂ ਹੋਣਾ। ਅੱਛਾ ਇੱਕ ਹੋਰ ਗੱਲ ਹੈ, ਚੰਗਾ ਕੀਤਾ ਤੁਸੀਂ ਮੈਨੂੰ ਇਸਲਾਮ ਦੀ ਗੱਲ ਯਾਦ ਦਿਲਾਈ। ਔਰ ਜ਼ਾਹਿਰ ਹੈ ਅਸੀਂ ਗੌਰ ਕਰਦੇ ਰਹਿੰਦੇ ਹਾਂ, ਮੈਂ ਵੀ ਗੌਰ ਕਰਨਾ ਜਨਾਬ। ਸਾਹਿਬੇ ਨਿਸਾਬ ਜਿਹੜਾ ਹੁੰਦਾ ਹੈ ਉਸ ਤੇ ਜ਼ਕਾਤ ਵਾਜਬ ਹੁੰਦੀ ਹੈ, ਲਾਗੂ ਹੁੰਦੀ ਹੈ। ਤੇ ਪਾਕਿਸਤਾਨ ਦੇ ਕਿਤਨੇ ਲੋਕ ਹਨ ਜਿਹੜੇ ਸਾਹਿਬੇ ਨਿਸਾਬ ਹੈਗੇ, ਹੁਣ ਡਾਟਾ ਆ ਗਿਆ ਨਾ, ਕਰੋਨੇ ਤੋਂ ਬਾਅਦ ਡਾਟਾ ਆ ਗਿਆ ਜੇ, ਖਤੇ ਗੁਰਬਤ ਤੋਂ ਕਿਤਨੇ ਲੋਕ ਥੱਲੇ ਨੇ, ਮਿਡਲ ਕਲਾਸੀਏ ਕਿਤਨੇ ਨੇ। ਲੇਕਿਨ ਜਦੋਂ ਇਸਲਾਮ ਜਿਹੜਾ ਹੈ ਉਹ ਸਾਹਿਬੇ ਨਿਸਾਬ ਤੇ ਟੈਕਸ ਲਾਂਦਾ ਹੈ, ਜ਼ਕਾਤ ਉਸ਼ਰ ਬਾਕੀ ਜਿਹੜੇ ਇਸਲਾਮੀ ਸਾਰੀ ਚੀਜ਼ਾਂ ਨੇ, ਤੇ ਇਹ ਜਿਹੜੇ ਟੈਕਸ ਲਾਂਦੇ ਨੇ ਪਾਕਿਸਤਾਨ ਵਾਲੇ ਔਰ ਜ਼ੋਰੀ ਲੈਂਦੇ ਨੇ ਲੋਕਾਂ ਕੋਲੋਂ, ਮਤਲਬ ਬਿੱਲਾਂ ਵਿੱਚ ਕਿਹੜਾ ਟੈਕਸ ਉਹਨਾਂ ਤੁੰਨੇ ਹੈ। ਤੇ ਇਹ ਜਿਹੜਾ ਜੁਰਮ ਹੋ ਰਿਹਾ ਹੈ ਔਰ ਆਇਨ ਦੀ ਰੂਹ ਨਾਲ ਕੋਈ ਵੀ ਕਾਨੂੰਨ ਔਰ ਆਇਨ ਦਾ ਕੋਈ ਸ਼ਿਕ ਜਿਹੜੀ ਹੈ ਉਹ ਆਇਨ ਨਾਲ ਤੇ ਇਸਲਾਮ ਨਾਲ ਮੁਤਸਾਦਮ ਨਹੀਂ ਬਣਾ ਜਾ ਸਕਦੀ। ਤੇ ਇਹ ਜਿਹੜਾ ਸਾਰਾ ਕੰਮ ਹੈ ਫਿਰ ਅਸੀਂ ਮਕਰੂਜ਼ ਆ, ਅਸੀਂ ਮਕਰੂਜ਼ ਆ ਤੇ ਸਾਡੇ ਤੇ ਅੱਜ ਵਾਜਬ ਨਹੀਂ ਹੁੰਦਾ ਤੇ ਅੱਜ ਵੀ ਅਸੀਂ ਕਰੀ ਜਾ ਰਹੇ ਹਾਂ, ਮਕਰੂਜ਼ ਵੀ ਅਸੀਂ ਆ ਰਹੇ ਹਾਂ, ਉਮਰੇ ਵੀ ਕਰੀ ਜਾ ਰਹੇ ਹਾਂ ਤੇ ਜ਼ੋਰੀ ਟੈਕਸ ਵੀ ਲਈ ਜਾ ਰਹੇ ਹਾਂ। ਇਹ ਕੌਣ ਰੋਕੇਗਾ ਇਹਨੂੰ?
ਅੱਛਾ ਅਹਿਮਦ ਸਾਹਿਬ ਗੱਲ ਇਹ ਆ ਕਿ ਮੈਂ ਤੁਹਾਨੂੰ ਦੱਸਾਂ ਇਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹਾਲੇ ਤੱਕ ਪੈਦਾ ਹੋਇਆ। ਉਹ ਕਹਿੰਦੇ ਆ ਨਾ ਪੰਜਾਬੀ ਚ ਲੋਕ ਕਹਿੰਦੇ ਕੋਈ ਮਾਈ ਦਾ ਲਾਲ ਐਸਾ ਨਹੀਂ, ਡਾਡੇ ਦਾ ਸਤਾਵੀਆਂ ਦਾ 100, ਕੋਈ ਐਸਾ ਨਹੀਂ ਜੰਮਿਆ ਜਿਹੜਾ ਇਹਨਾਂ ਨੂੰ ਰੋਕੂਗਾ। ਲੇਕਿਨ ਗੱਲ ਇਹ ਆ ਕਿ ਤੁਸੀਂ ਗੱਲ ਕੀਤੀ ਉਮਰੇ ਹੱਜ ਦੀ ਤੇ ਜ਼ਕਾਤਾਂ ਦੀ। ਅਗਰ ਜ਼ਕਾਤ ਤੇ ਆਪਾਂ ਜਾਈਏ ਨਾ, ਜ਼ਕਾਤ ਦੀ ਗੱਲ ਕਰੀਏ, ਜ਼ਕਾਤ ਅਗਰ ਜਿੰਨੇ ਵੀ ਸਾਬੇ ਹਸੀਅਤ ਆ ਅਗਰ ਉਹ ਸਹੀ ਤਰ੍ਹਾਂ ਜ਼ਕਾਤ ਦੇਣ ਲੱਗ ਜਾਣ ਤੇ ਸਾਡੀ ਗੁਰਬਤ ਖਤਮ ਹੋ ਜਾਵੇ। ਠੀਕ ਆ, ਇਹ ਵਿਚਾਰਾ ਜਿਹੜਾ ਗਰੀਬਾਂ 'ਚ ਰੋਂਦਾ ਪਿਆ ਕਿ 2 ਵਕਤ ਦੀ ਮੈਂ ਰੋਟੀ ਨਹੀਂ ਖਾ ਸਕਦਾ, ਪਿਆਜ਼ 400 ਰੁਪਏ ਕਿਲੋ ਕਦੀ ਲੱਭਦਾ ਤੇ ਕਦੀ ਟਮਾਟਰ, ਉਹਨੂੰ ਬੈਤੁਲ ਮਾਲ ਚੋਂ ਦਿੰਦੇ ਨੇ ਜੀ, ਕਾਨੂੰਨ ਹੈਗਾ ਜਿਹੜਾ ਗਰੀਬ ਉਹਨੂੰ ਬੈਤੁਲ ਮਾਲ ਚੋਂ ਦਿਓ, ਉਹਨੂੰ ਬੈਤੁਲ ਮਾਲ ਚੋਂ ਦਿਓ, ਉਹਨੂੰ ਉਹਦੇ ਚੋਂ ਦਿਓ, ਉਹਨਾਂ ਦਾ ਹੱਕ ਉਹਨਾਂ ਨੂੰ ਅਦਾ ਕਰੋ। ਲੇਕਿਨ ਮਸਲਾ ਇਹ ਆ ਕਿ ਇਦਾਂ ਦਾ ਫੈਸਲਾ ਕੋਈ ਵੀ ਨਹੀਂ ਕਰਦਾ, ਨਾ ਕੋਈ ਅੱਜ ਤੱਕ ਕਰਵਾ ਸਕਿਆ। ਹੋਣਾ ਇਹ ਚਾਹੀਦਾ ਕਿ ਕੋਈ ਨਾ ਕੋਈ ਐਸਾ ਕਾਨੂੰਨ ਨਾਫਜ਼ ਕੀਤਾ ਜਾਏ ਪਾਕਿਸਤਾਨ ਦੇ ਵਿੱਚ ਜਿਹਦੇ ਰੂਲ ਦੇ ਤਹਿਤ ਉਹ ਜਿਸ ਤਰ੍ਹਾਂ ਸਾਡੇ ਇਸਲਾਮ 'ਚ ਕਿ ਅਗਰ ਕਿਸੇ ਕੋ ਇੰਨੀ ਅਮਾਉਂਟ ਦੀ ਰਕਮ ਆ ਜਾਂ ਕੋਈ ਜ਼ੇਵਰ ਆ ਜਾਂ ਕੋਈ ਚਾਂਦੀ ਆ ਤੇ ਤੁਸੀਂ ਉਹਦੇ ਤੇ ਜ਼ਕਾਤ ਦੇਣੀ ਆ। ਔਰ ਜ਼ੋਰੀ ਲੈਣ ਦਾ ਕੀ ਹੈ, ਹਜ਼ਰਤ ਅਬੂ ਬਕਰ ਸਿੱਦੀਕ ਜੰਗ ਸ਼ੁਰੂ ਕਰ ਦਿੱਤੀ ਸੀ ਉਹਨਾਂ। ਹੁਣ ਹੋਣਾ ਇਹ ਚਾਹੀਦਾ ਕਿ ਜਿਹੜੀ ਸਾਡੀ ਆਵਾਮ ਜਿੰਨੀ ਵਿਗੜ ਚੁੱਕੀ ਆ ਨਾ, ਉਹ ਕਹਿੰਦੇ ਆ ਨਾ ਪੰਜਾਬੀ ਚ ਕਿ ਗਨ ਪੁਆਇੰਟ ਤੇ ਸਾਰੇ ਕੰਮ ਕਰਾਣੇ ਚਾਹੀਦੇ, ਇਹਨਾਂ ਕੋਲੋਂ ਵੀ ਗਨ ਪੁਆਇੰਟ ਤੇ ਕੰਮ ਕਰਾਓ, ਨਹੀਂ ਤੇ ਸਜ਼ਾ ਰੱਖੋ। ਅਗਰ ਤੁਸੀਂ ਜ਼ਕਾਤ ਨਹੀਂ ਦਿੰਦੇ, ਅਗਰ ਤੁਸੀਂ ਟੈਕਸ ਅਦਾ ਨਹੀਂ ਕਰਦੇ ਤੇ ਤੁਹਾਨੂੰ ਇਹ ਸਜ਼ਾ ਦਿੱਤੀ ਜਾਏਗੀ, ਵਰਨਾ ਤੁਸੀਂ ਟਾਈਮ ਨਾਲ ਟੈਕਸ ਅਦਾ ਕਰੋ। ਟੈਕਸ ਦੀ ਗੱਲ ਯਾਦ ਆਈ, ਤੁਸੀਂ ਦੇਖੋ ਲੀਡਰਾਂ ਦੀ ਗੱਲ ਕਰੀਏ, ਕਿੰਨੇ ਕਿੰਨੇ ਪੈਸੇ ਕਮਾਉਂਦੇ ਆ। ਤੁਸੀਂ ਮੈਨੂੰ ਕਿਸੇ ਇੱਕ ਲੀਡਰ ਦਾ ਦੱਸੋ ਜਿਹੜਾ ਕਿ ਸਹੀ ਤਰ੍ਹਾਂ ਟੈਕਸ ਦਿੰਦਾ ਹੋਵੇ ਆਪਣੀ ਜਿੰਨੀ ਵੀ ਉਹਦੀ ਅਮਾਉਂਟ ਆ, ਕੋਈ ਉਹਦਾ ਪੈਸਾ ਲੈ ਲਓ, ਉਹਦੀ ਤਨਖਾਹ ਲੈ ਲਓ, ਕੋਈ ਐਸਾ ਲੀਡਰ ਮੈਨੂੰ ਦੱਸੋ ਰਿਟਰਨ ਨਹੀਂ ਭਰਦੇ ਸਹੀ ਕਰਕੇ, ਜਿਹੜਾ ਸਹੀ ਤਰ੍ਹਾਂ ਰਿਟਰਨ ਨਹੀਂ ਭਰਦਾ। ਫਿਰ ਤੁਸੀਂ ਦੇਖੋ IMF ਕੋ ਤੁਸੀਂ ਰੋਣ ਚਲੇ ਜਾਂਦੇ ਹੋ, ਤੁਸੀਂ ਕਹਿੰਦੇ ਹੋ ਮੈਂ ਮੰਗਣ ਨਹੀਂ ਆਇਆ, ਲੇਕਿਨ ਤੁਸੀਂ ਮਜਬੂਰ ਹੈਗਾ, ਮਜਬੂਰ। ਉਹ ਤੁਹਾਨੂੰ ਮਜਬੂਰ ਕਿਹਨੇ ਕੀਤਾ? ਆਵਾਮ ਨੇ ਤਾਂ ਨਹੀਂ ਕੀਤਾ। ਆਵਾਮ ਨੂੰ ਤੁਸੀਂ ਕੀ ਦਿੱਤਾ ਜਿਹੜਾ ਤੁਸੀਂ ਮਜਬੂਰ? ਆਪ ਖਾ ਪੀ ਗਏ, ਆਪਣੀਆਂ ਨਸਲਾਂ ਸਵਾਰ ਲਈਆਂ, ਘਰ ਬਣਾ ਲਏ, ਬੰਗਲੇ ਬਣਾ ਲਏ, ਬਾਹਰ ਆਫਸ਼ੋਰ ਕੰਪਨੀਆਂ ਬਣਾ ਲਈਆਂ। ਆਵਾਮ ਦਾ ਦੱਸੋ ਤੁਸੀਂ ਕੀ ਕੀਤਾ? ਅੱਛਾ, ਇਹ ਜਿਹੜੀ ਬੜੀ ਸੋਹਣੀ ਗੱਲ ਕੀਤੀ ਤੁਸੀਂ ਵੀ ਮੇਰੇ ਨਾਲ ਦਿਓ, ਗਰੀਬਾਂ ਦੀ ਗੱਲ ਕਰਦੇ ਹੋ। ਇਹ ਪਾਕਿਸਤਾਨ ਜਿਹੜਾ ਹੈ, ਇਹਦੇ ਵਿੱਚ ਅੰਗਰੇਜ਼ਾਂ ਦੇ ਜ਼ਮਾਨੇ 'ਚ ਕੀ ਸੂਰਤ ਬਣੀ, ਮੁਗਲਾਂ ਦੇ ਜ਼ਮਾਨੇ 'ਚ ਕੀ ਸੂਰਤ ਬਣੀ। ਮੁਗਲਾਂ ਦੇ ਜ਼ਮਾਨੇ 'ਚ ਮਨਸਬ ਹੁੰਦਾ ਸੀ ਤੇ ਨਾਲ ਜ਼ਮੀਨ ਹੁੰਦੀ ਸੀ। ਅੰਗਰੇਜ਼ਾਂ ਕੀ ਕੀਤਾ, ਉਹ ਜ਼ਮੀਨ ਜਿਹੜੀ ਹੈ ਆਪਣੇ ਮੁਖਬਰਾਂ ਨੂੰ ਦੇ ਦਿੱਤੀ, ਔਰ ਵੱਡੀ ਜ਼ਮੀਨਦਾਰੀ ਇਸ ਵੇਲੇ ਪਾਕਿਸਤਾਨ 'ਚ ਮੌਜੂਦ ਹੈ। ਇੰਡੀਆ ਨੇ, ਬੰਗਲਾਦੇਸ਼ ਨੇ, ਸਾਰਿਆਂ ਨੇ ਉਹ ਜ਼ਮੀਨਦਾਰੀਆਂ ਖਤਮ ਕਰ ਦਿੱਤੀਆਂ। ਉਹ ਜ਼ਮੀਨਾਂ ਜਿਸ ਤਰ੍ਹਾਂ ਮੁਗਲਾਂ ਦੇ ਜ਼ਮਾਨੇ 'ਚ ਬਾਕੀ ਸਰਕਾਰ ਹੁੰਦੀਆਂ ਸਨ, ਮਨਸਬ ਦੇ ਨਾਲ ਚਲਦੀਆਂ ਸਨ, ਇਸੇ ਤਰ੍ਹਾਂ ਹੋ ਗਿਆ। ਹੁਣ ਕੀ ਹੈ, ਵੱਡੇ ਵੱਡੇ ਘਰ, DC, AC, ਕਮਿਸ਼ਨਰ, ਇਹ ਵੱਡੇ ਵੱਡੇ ਘਰ ਕਦੋਂ ਮੁੱਕਣਗੇ? ਵੱਡੀਆਂ ਜਾਗੀਰਾਂ ਤੇ ਗੈਰ ਹਾਜ਼ਰ ਜ਼ਮੀਨਦਾਰੀਆਂ ਕਦੋਂ ਮੁੱਕਣਗੀਆਂ? ਇਹ ਮੁਕਾਇਓ ਬਗੈਰ ਅਸੀਂ IMF ਦੇ ਅਜ਼ਾਬ 'ਚੋਂ ਨਹੀਂ ਰਵਾਂਗੇ। ਕੀ ਮਸ਼ਵਰਾ ਦਿਓਗੇ ਤੁਸੀਂ? ਦੇਖੋ ਲਤੀਫ ਸਾਹਿਬ, ਮੈਂ ਤਾਂ ਇਹੀ ਕਹੂੰਗੀ ਕਿ ਜੈਸਾ ਕਿ ਮੈਂ ਪਹਿਲੇ ਵੀ ਗੱਲ ਕੀਤੀ ਕਿ ਹਕੂਮਤ ਜਾਂ ਜਿੰਨੀ ਵੀ ਸਾਡੇ ਜੁਡੀਸ਼ਰੀ ਹੈ ਨਾ, ਇਹਨਾਂ ਨੂੰ ਚਾਹੀਦਾ ਕਿ ਕੋਈ ਐਸੇ ਕਾਨੂੰਨ ਬਣਾਉਣ, ਕੋਈ ਐਸੀ ਚੀਜ਼ ਲਾਗੂ ਕਰਨ ਕਿ ਕਾਨੂੰਨ ਜਿਹੜੇ ਆ ਨਾ ਉਹ ਇਸ ਤਰ੍ਹਾਂ ਹੋਣੇ ਚਾਹੀਦੇ, ਸਟ੍ਰਿਕਟ ਹੋਣ ਕਿ ਜਿੰਨੇ ਵੀ ਜ਼ਮੀਂਦਾਰ ਆ ਉਹ ਟੈਕਸ ਦੇਣ, ਜ਼ਕਾਤ ਦੇਣ। ਇਸ ਤੋਂ ਇਲਾਵਾ ਇੱਕ ਲਿਮਿਟ, ਜ਼ਰੀ ਟੈਕਸ ਵੀ ਹੋਣੇ ਚਾਹੀਦੇ। ਇੱਕ ਇਹ ਵੀ ਇਹਦਾ ਹੱਲ ਆ ਕਿ ਇੱਕ ਬੰਦੇ ਦੀ ਲਿਮਿਟ ਰੱਖੋ ਕਿ ਇੱਕ ਬੰਦਾ ਇਸ ਤੋਂ ਜ਼ਿਆਦਾ ਜ਼ਮੀਨ ਨਾ ਖਰੀਦ ਸਕਦਾ, ਨਾ ਰੱਖ ਸਕਦਾ। ਇੱਕ ਤਾਂ ਮੈਂ ਇਹ ਪੁਆਇੰਟ ਇਹਦਾ ਮਸ਼ਵਰਾ ਦਊਂਗੀ। ਦੂਸਰਾ ਮੈਂ ਇਹ ਵੀ ਦਊਂਗੀ ਕਿ ਜਿੰਨੀ ਵੀ ਜ਼ਰਾਈ ਜ਼ਮੀਨਾਂ ਵਾਲੇ ਆ, ਤੁਸੀਂ ਦੇਖਿਆ ਕਿ ਉਹ ਕੀ ਕਰਦੇ ਆ, ਜਿੱਦਾਂ ਹੀ ਕੋਈ ਚੀਜ਼ ਮਹਿੰਗੀ ਹੁੰਦੀ ਆ ਉਹਨੂੰ ਬਲੈਕ ਕਰ ਦਿੰਦੇ ਆ, ਉਹਨੂੰ ਬਲੈਕ ਕਰ ਦਿੰਦੇ, ਜ਼ਖੀਰਾ ਕਰ ਲੈਂਦੇ ਆ, ਜ਼ਖੀਰਾ ਕਰ ਦਿੰਦੇ ਆ। ਉਹ ਜ਼ਖੀਰਾ ਜਿਹੜਾ ਉਹ ਮੁਕਾਉਣਾ ਚਾਹੀਦਾ। ਇਹਨਾਂ ਤੇ ਬੜਾ ਚੈੱਕ ਐਂਡ ਬੈਲੈਂਸ ਰੱਖਣ ਦੀ ਜ਼ਰੂਰਤ ਆ। ਚੈੱਕ ਐਂਡ ਬੈਲੈਂਸ ਰੱਖਣਾ ਚਾਹੀਦਾ ਤਾਂ ਕਿ ਜਿਹੜਾ ਜ਼ਖੀਰਾ ਰੱਖਣ ਵਾਲੇ ਲੋਕ ਆ ਇਹਨਾਂ ਨੂੰ ਸਜ਼ਾ ਦਿੱਤੀ ਜਾਏ। ਲੇਕਿਨ ਅਫਸੋਸ ਨਾਲ ਕਹਿਣਾ ਇਹ ਪੈਂਦਾ ਕਿ ਚੀਨੀ ਦੇ ਜ਼ਖੀਰਾ ਅੰਦੋਜ਼ ਦੇਖੋ, ਆਟੇ ਦੇ ਜ਼ਖੀਰਾ ਅੰਦੋਜ਼ ਦੇਖੋ, ਉਹ ਆਪੇ ਹੀ ਤਾਂ ਹਕੂਮਤ 'ਚ ਬੈਠੇ ਆ ਤੇ ਉਹਨਾਂ ਨੇ ਕੀ ਚੈੱਕ ਐਂਡ ਬੈਲੈਂਸ ਰੱਖਣਾ। ਇਹ ਸਾਰੀਆਂ ਚੀਜ਼ਾਂ ਕਾਲੀਆਂ ਭੇਡਾਂ ਜਿਹੜੀਆਂ ਹਰ ਜਗ੍ਹਾ ਤੇ ਮੌਜੂਦ ਆ, ਇਹਨਾਂ ਨੂੰ ਫੜਨਾ ਚਾਹੀਦਾ। ਇਹਨਾਂ ਤੇ ਕੋਈ ਨਾ ਕੋਈ ਐਸਾ ਕਾਨੂੰਨ ਲਾਗੂ ਕਰੋ, ਕੋਈ ਕਾਨੂੰਨ ਬਣਾਓ, ਕੋਈ ਕਨਸਟੀਟਿਊਸ਼ਨ ਬਣਾਓ, ਕੋਈ ਕਰਾਰਦਾਦ ਲੈ ਕੇ ਆਓ ਕਿ ਬਈ ਇਹਨਾਂ ਦੇ ਖਿਲਾਫ ਇਦਾਂ ਇਹ ਫੈਸਲਾ ਹੋਏਗਾ ਅਗਰ ਇਹਨਾਂ ਨੇ ਆਹ ਕੰਮ ਨਾ ਕੀਤਾ, ਅਗਰ ਆਵਾਮ ਦਾ ਫਾਇਦਾ ਨਾ ਸੋਚਿਆ। ਵਰਨਾ IMF ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ। ਔਰ ਅੱਗੇ ਅੱਗੇ ਜਿਹੜੇ ਮੈਂ ਹਾਲਾਤ ਦੇਖਦੀ ਪਈ ਅਹਿਮਦ ਸਾਹਿਬ, ਬੜੇ ਖਤਰਨਾਕ, ਖਾਨਾ ਜੰਗੀ ਆ, ਬਹੁਤ ਖਤਰਨਾਕ ਹਾਲਾਤ ਆ। ਤੁਸੀਂ ਦੇਖੋ ਇਸਲਾਮਾਬਾਦ ਦੇ ਅਗਰ I9, I8 ਸੈਕਟਰ ਦੀ ਗੱਲ ਕਰਾਂ, ਵਾਰਦਾਤਾਂ ਬਹੁਤ ਜ਼ਿਆਦਾ ਹੁੰਦੀਆਂ ਉੱਥੇ। ਵਾਰਦਾਤਾਂ ਦੀ ਬੇਸ ਕੀ ਆ? ਭੁੱਖ।
ਜਦੋਂ ਉਹਨਾਂ ਦਾ ਪੇਟ ਨਹੀਂ ਭਰੂਗਾ, ਜਦੋਂ ਉਹਨਾਂ ਨੂੰ ਖਾਣ ਨੂੰ ਨਹੀਂ ਮਿਲੂਗਾ ਤੇ ਉਹਨਾਂ ਨੇ ਵਾਰਦਾਤਾਂ ਹੀ ਕਰਨੀਆਂ। ਤੁਹਾਡਾ ਸਾਡਾ ਗਲਾ ਕੱਟਣਾ, ਸਾਡੇ ਕੋਲੋਂ ਖੋ ਕੇ ਲੈ ਕੇ ਜਾਣਾ ਜਾਂ ਕਿਸੇ ਹੋਰ ਕੋਲੋਂ ਖੋ ਕੇ ਲੈ ਕੇ ਜਾਣਾ। ਉਹਨਾਂ ਨੇ ਇਹ ਨਹੀਂ ਦੇਖਣਾ ਕਿ ਇਹ ਗਰੀਬ ਜਿਹਦੇ ਕੋਲੋਂ ਮੈਂ ਮੋਬਾਈਲ ਖੋਣਾ ਪਿਆ ਜਾਂ ਪੈਸੇ ਖੋਣਾ ਪਿਆ, ਇਹਨੇ ਲਿਆ ਕਿੱਦਾਂ ਵਾ। ਉਹਨਾਂ ਨੇ ਸਿਰਫ ਇਹ ਦੇਖਣਾ ਕਿ ਸਾਡਾ ਪੇਟ ਭਰ ਜਾਵੇ। ਇਹ ਚੀਜ਼ਾਂ ਫੇਰ ਹੀ ਮੁੱਕ ਸਕਦੀਆਂ ਜਦੋਂ ਇਹ ਸਾਰਾ ਚੈੱਕ ਐਂਡ ਬੈਲੈਂਸ ਹੋਏਗਾ, ਜਦੋਂ ਇਹ ਸਾਰੀਆਂ ਚੀਜ਼ਾਂ ਇੰਟਰੋਡਿਊਸ ਕਰਵਾਈਆਂ ਜਾਣਗੀਆਂ। ਜਿਹੜੇ ਮਸ਼ਵਰੇ ਆਵਾਮ ਦਿੰਦੀ ਆ, ਆਵਾਮ ਇਹੀ ਕਹਿੰਦੀ ਕਿ ਸਾਡਾ ਵੀ ਸੋਚੋ, ਇਹ ਜਿੰਨੇ ਵੀ ਅਮੀਰ ਆ, ਜਿੰਨੀਆਂ ਮਰਾਤ ਆ, ਇਹਨਾਂ ਨੂੰ ਘਟਾ ਦਿਓ। ਤੁਸੀਂ ਦੇਖੋ ਇੱਕ MNA ਕਈ ਗੱਡੀਆਂ ਲਈ ਫਿਰਦਾ ਪ੍ਰੋਟੋਕੋਲ ਦੀਆਂ। ਅਗਰ ਅਸੀਂ ਗਵਰਨਮੈਂਟ ਦੀ ਗੱਡੀ ਦੀ ਗੱਲ ਕਰੀਏ, ਗਵਰਨਮੈਂਟ ਦੀ ਗੱਡੀ ਉਹਨਾਂ ਨੂੰ ਸਿਰਫ ਉਦੋਂ ਮਿਲਣੀ ਚਾਹੀਦੀ ਜਦੋਂ ਉਹਨਾਂ ਨੇ ਗਵਰਨਮੈਂਟ ਦਾ ਕੰਮ ਕਰਨਾ, ਕੋਈ ਨੌਕਰੀ ਤੇ ਜਾਣਾ। ਲੇਕਿਨ ਅਫਸੋਸ ਨਾਲ ਕਹਿਣਾ ਇਹ ਪੈਂਦਾ ਕਿ ਉਹਨਾਂ ਦੀਆਂ ਫੈਮਲੀਆਂ ਵੀ ਫਿਰਦੀਆਂ ਤੇ ਉਹਨਾਂ ਦੇ ਬੱਚੇ ਵੀ ਉਹ ਗੱਡੀਆਂ ਲੈ ਕੇ ਤੇ ਬਾਹਰ ਰੋਹ ਪਾਣ ਨੂੰ ਫਿਰਦੀਆਂ ਪਈਆਂ ਕਿ ਜੀ ਇਹ ਸਾਡਾ ਪਿਓ MNA ਹੈ ਤੇ ਸਾਡੇ ਕੋਲ ਗਾਰਡ ਹੈ ਤੇ ਸਾਡੇ ਕੋਲ ਸਾਰੀ ਗੱਡੀ, ਸਾਰੇ ਨੰਬਰ ਵਾਲੀ ਗੱਡੀ, ਇਹ ਸਾਡੀ ਗੱਡੀ ਆ। ਤੇ ਫਿਰ ਇਹ ਚੀਜ਼ਾਂ ਜਿਹੜੀਆਂ ਜੋ ਤੱਕ ਨਹੀਂ ਮੁੱਕਣੀਆਂ, ਅਸੀਂ IMF ਦੀ ਤੁਸੀਂ ਗੱਲ ਕੀਤੀ, ਨਾ ਜਾਣਦੀ, ਉਹ ਕਦੀ ਵੀ ਨਹੀਂ ਹੋ ਸਕਦਾ ਕਿ ਅਸੀਂ ਨਾ ਜਾਈਏ। ਅੱਛਾ, ਇੱਕ ਹੋਰ ਗੱਲ, ਦੋ ਕਾਨੂੰਨ ਜਿਹੜੇ ਨੇ, ਇੱਕ ਤਾਂ ਟਰਾਂਸਜੈਂਡਰ ਜਿਹੜਾ ਹੈ, ਇਹ ਲੋਕਾਂ ਨੂੰ ਦੱਸੋ, ਆਮ ਬੰਦਿਆਂ ਨੂੰ, ਵੀ ਇਹ ਕੀ ਰੋਲ ਹੈ ਤੇ ਕਿਸ ਤਰ੍ਹਾਂ ਲੈ ਕੇ ਗਏ ਆ, ਤੇ ਕਿਆ ਇਹ ਇਸ ਤਰ੍ਹਾਂ ਹੋ ਸਕਦਾ ਹੈ। ਵੈਸੇ ਲੋਕ ਤੇ ਜ਼ਾਹਿਰ ਹੈ ਬਹਿਸ ਵੈਸਾ ਚੱਲ ਰਹੇ, ਉਹ ਆਦਨ ਜੀ ਨਹੀਂ ਹੁੰਦਾ ਕਿ ਜਾ ਕੇ ਮੈਂ ਦੱਸੋ, ਕਿਉਂਕਿ ਮੈਂ ਲੜਕਾ ਫੀਲ ਕਰ ਰਹੀ ਹੂੰ। ਇਹ ਨਹੀਂ ਹੋ ਸਕਦਾ ਕੋਈ ਮੁੰਡਾ ਕਹੇ ਮੈਂ ਕੁੜੀ ਫੀਲ ਕਰ ਰਹਾ ਹੂੰ ਤੇ ਮੈਨੂੰ ਤੁਸੀਂ ਕੁੜੀ ਬਣਾ ਦਿਓ। ਤੇ ਇਸ ਤਰ੍ਹਾਂ ਰੱਬ ਬਣਾਉਂਦਾ ਹੈ ਮੁੰਡਾ ਤੇ ਕੁੜੀ, ਜਾਂ ਮੇਲ ਸ਼ੀਮੇਲ, ਉਹ ਵੀ ਇੱਕ ਪੂਰਾ ਫਲਸਫਾ ਹੈ ਔਰ ਕੁਦਰਤ ਦਾ ਉਹ ਨਿਜ਼ਾਮ ਹੈ, ਕਿਸੇ ਦੇ ਵੱਸ 'ਚ ਨਹੀਂ ਹੈਗਾ। ਇੱਕ ਹੋਰ ਤੇ ਦੂਜੀ ਸੂਰਤ ਜਿਹੜੀ ਹੈ ਸਾਡੇ ਇੱਥੇ ਚੱਲਦੀ ਹੈ ਪਈ, ਉਹ ਆਦਨ ਜੀ ਸੀਨੀਅਰ ਮੋਸਟ ਜਿਹੜਾ ਬੰਦਾ ਹੈ, ਭਾਵੇਂ ਉਹ ਜੱਜ ਹੋਵੇ ਤੇ ਭਾਵੇਂ ਜਰਨਲ ਹੋਵੇ, ਉਹਨੂੰ ਅੱਗੇ ਲਿਆਉਣਾ ਚਾਹੀਦਾ ਹੈ। ਇਹ ਪਿਕ ਐਂਡ ਚੂਜ਼ ਵਾਲਾ ਜਿਹੜਾ ਕੰਮ ਕਰਦੇ ਹੋ, ਜਾਂ ਤਾਂ ਤੁਸੀਂ ਸਿਆਸਤਦਾਨ ਆਪਣੇ ਬਾਬਾ ਕੌਮ ਦੀ ਤਰ੍ਹਾਂ ਦੇ ਖਰੇ ਸਿਆਸਤਦਾਨ ਬਣਾਓ, ਤੇ ਇਹ ਜਿਹੜੇ ਕਰਪਟ ਸਿਆਸਤਦਾਨ, ਇਹਨਾਂ ਨੂੰ ਨਾ ਜੱਜ ਲਾਉਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਤੇ ਨਾ ਉਹਨਾਂ ਨੂੰ ਆਰਮੀ ਚੀਫ ਲਾਉਣ ਦੀ ਇਜਾਜ਼ਤ ਹੁੰਦੀ ਹੈ। ਤੁਸੀਂ ਕੀ ਕਹਿੰਦੇ ਹੋ? ਅਹਿਮਦ ਸਾਹਿਬ, ਤੁਸੀਂ ਬਿਲਕੁਲ ਦਰੁਸਤ ਫਰਮਾਇਆ। ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦੀ ਹਾਂ, ਬੜੀ ਮੁਤਫਿਕ ਹਾਂ ਮੈਂ ਇਸ ਗੱਲ ਨਾਲ ਕਿ ਜਿੰਨੇ ਵੀ ਕਰਪਟ ਲੋਕ ਆ ਜਾਂ ਜਿੰਨੇ ਵੀ ਇਸ ਤਰ੍ਹਾਂ ਦੇ ਲੋਕ ਆ ਜਿਨ੍ਹਾਂ ਨੇ ਬਲੈਕ ਮਨੀ ਰੱਖੀ ਹੋਈ ਹੈ ਜਾਂ ਮੁਲਕ ਦਾ ਪੈਸਾ ਖਾਦਾ, ਉਹਨਾਂ ਨੂੰ ਕੋਈ ਐਸਾ ਅਹੁਦਾ ਨਹੀਂ ਦੇਣਾ ਚਾਹੀਦਾ ਜਿਹਦੇ ਉਹ ਹੱਕਦਾਰ ਨਹੀਂ ਆ। ਠੀਕ ਆ, ਹੁਣ ਅਸੀਂ ਅਗਰ ਇਹ ਗੱਲ ਕਰਦੇ ਪਏ, ਇਹਦਾ ਇਹ ਮਕਸਦ ਨਹੀਂ ਆ ਕਿ ਅਸੀਂ ਕੋਈ ਕਿਸੇ ਨਾਲ ਜ਼ਿਆਦਤੀ ਕਰਦੇ ਪਏ ਜਾਂ ਗਲਤ ਕਰਦੇ ਪਏ। ਅਸੀਂ ਇੱਕ ਹੱਕ ਸੱਚ ਦੀ ਗੱਲ ਕਰਦੇ ਪਏ, ਅੱਲਾਹ ਲੱਗ ਦੀ ਗੱਲ ਕਰਦੇ ਵੱਟਾ ਤੇ ਉਹ ਮਾਰੇ ਨਾ ਜਿਹੜਾ ਨੇਕ ਹੋਵੇ, ਜਿਹੜਾ ਨੇਕ ਹੋਵੇ। ਅਸੀਂ ਤੇ ਇਹ ਗੱਲ ਕਰਦੇ ਪਏ ਕਿ ਲਿਆਣਾ ਉਹਨਾਂ ਨੂੰ ਚਾਹੀਦਾ ਜਿਹੜੇ ਹੱਕਦਾਰ ਆ। ਤੁਸੀਂ ਦੇਖੋ ਬੜੇ ਐਸੇ ਲੋਕ, ਫੀਮੇਲ ਔਰਤਾਂ ਨੂੰ ਬੜਾ ਇੱਥੇ ਸਪਾਈਲ ਕੀਤਾ ਜਾਂਦਾ, ਜਿਨ੍ਹਾਂ ਦੀ ਵਾਰੀ ਸੀ ਚੀਫ ਜਸਟਿਸ ਲੱਗਣ ਦੀ, ਲੇਕਿਨ ਉਹਨਾਂ ਨੂੰ ਨਹੀਂ ਲਾਇਆ ਗਿਆ। ਠੀਕ ਆ, ਲੇਕਿਨ ਕੀਤਾ ਕੀ ਗਿਆ, ਆਪਣੇ ਜਿਹੜੇ ਫੇਵਰੇਟ ਸੀ, ਆਪਣੇ ਜਿਹੜੇ ਪਸੰਦੀਦਾ ਲੋਕ ਆ, ਉਹਨਾਂ ਨੂੰ ਵੱਡੇ ਅਹੁਦੇ ਵੀ ਦੇ ਦਿੱਤੇ ਜਾਂਦੇ ਤੇ ਉਹਨਾਂ ਨੂੰ ਨਵਾਜ਼ਿਆ ਵੀ ਜਾਂਦਾ। ਤੁਸੀਂ ਟਰਾਂਸਜੈਂਡਰਾਂ ਦੀ ਗੱਲ ਕੀਤੀ, ਤੁਸੀਂ ਕਿਹਾ ਕਿ ਜੀ ਇਹ ਤੇ ਅੱਲਾ ਦੀ ਬਣਾਈ ਹੋਈ ਚੀਜ਼ ਆ, ਅੱਲਾ ਨੇ ਹੀ ਔਰ ਸ਼ੀ ਬਣਾਇਆ। ਬਿਲਕੁਲ ਮੈਂ ਇਸ ਗੱਲ ਨਾਲ ਇਤਫਾਕ ਕਰਦੀ ਹਾਂ। ਮਸਲਾ ਇਹ ਆ ਕਿ ਤੁਸੀਂ ਕਹਿੰਦੇ ਹੋ ਨਾ ਕਿ ਕੁੜੀਆਂ ਹੀ ਬਣਦੀਆਂ, ਇਹ ਜਿਹੜਾ ਖੰਨਾਸ ਭਰਿਆ ਨਾ ਸਾਡੇ ਦਿਮਾਗਾਂ 'ਚ ਭਰਿਆ ਹੋਇਆ, ਜਦੋਂ ਦਿਮਾਗ ਖਰਾਬ ਹੋ ਜਾਂਦੇ, ਜਦੋਂ ਅਸੀਂ ਗਲਤ ਰਵੀ ਵੱਲ ਜਾਣਾ ਹੁੰਦਾ, ਬੇਰਾ ਰਵੀ ਇਖਤਿਆਰ ਕਰਨੀ ਹੁੰਦੀ ਹੈ, ਤੇ ਫਿਰ ਸਾਡੇ ਦਿਮਾਗ ਵੀ ਖਰਾਬ ਹੁੰਦੇ ਆ, ਤੇ ਫਿਰ ਸਾਡਾ ਜੈਂਡਰ ਵੀ ਲੋੜਨੇ ਆ, ਫਿਰ ਸਾਡਾ ਜੈਂਡਰ ਵੀ ਚੇਂਜ ਹੁੰਦਾ, ਤੇ ਫਿਰ ਅਸੀਂ ਕਹਿੰਦੇ ਕਿ ਅਸੀਂ ਮੁੰਡਾ ਫੀਲ ਕਰਦੇ ਆ ਤੇ ਅਸੀਂ ਇਹ ਕਰਦੇ ਆ। ਮੈਂ ਤੇ ਅੱਜ ਤੱਕ ਆਪਣੀ ਜ਼ਿੰਦਗੀ 'ਚ ਜਾਂ ਆਪਣੇ ਖਾਨਦਾਨ 'ਚ ਜਾਂ ਮਿਲਣ ਮਲਾਨ ਵਾਲਿਆਂ 'ਚ ਐਸਾ ਕੋਈ ਬੰਦਾ ਨਹੀਂ ਦੇਖਿਆ ਜਿਹੜਾ ਕੁੜੀ ਬਣਿਆ ਹੋਵੇ, ਜਾਂ ਜਿਹੜੀ ਕੋਈ ਕੁੜੀ ਕਵੇ ਕਿ ਹਾਂ ਵੀ ਮੈਂ ਫੀਲ ਕਰਦੀ, ਮੈਂ ਮੁੰਡਾ ਫੀਲ ਕਰਦੀ। ਲੇਕਿਨ ਇਹ ਗੱਲਾਂ ਜਿਹੜੀਆਂ ਮੈਂ ਉਹਨਾਂ ਦੀਆਂ ਸੁਣੀਆਂ ਜਿਨ੍ਹਾਂ ਦੇ ਦਿਮਾਗ ਖਰਾਬ ਆ, ਇਹ ਜਿਹੜੀਆਂ ਬੇਰਾ ਰਵੀ ਵੱਲ ਜਾਂਦੀਆਂ। ਜਿਸ ਤਰ੍ਹਾਂ ਅਸੀਂ ਇੱਕ ਗੱਲ ਕੀਤੀ ਸੀ, ਤੁਹਾਨੂੰ ਯਾਦ ਹੋਏਗਾ, ਇੱਕ ਬੜੀ ਮੁਹਿੰਮ ਉੱਠੀ ਸੀ, ਮੇਰਾ ਜਿਸਮ ਮੇਰੀ ਮਰਜ਼ੀ ਵਾਲੀ, ਸਰਮਦ ਮਾਰਵੀ ਵਾਲੀ। ठीक है, मारवी सरमद वाली। एक मिनट रोकना जरा इसको। मारवी सरमद नाम है, मैंने गलत तो नहीं? बिल्कुल ठीक है। जिस तरह ਤੁਹਾਨੂੰ ਪਤਾ ਕਿ ਇੱਕ ਬੜੀ ਮੁਹਿੰਮ ਉੱਠੀ ਸੀ, ਉਹ ਮਾਰਵੀ ਸਰ ਹਮਦੁੱਲੇ ਵਾਲੀ ਲੜਾਈ ਵਾਲੀ। ਤੁਹਾਡੇ ਸਾਹਮਣੇ ਕੀ ਡਰਾਮੇ ਕੀਤੇ ਔਰਤਾਂ ਨੇ, ਕਿੱਦਾਂ ਸੜਕਾਂ ਤੇ ਆਈਆਂ, ਕੀ ਉਹਨਾਂ ਨੇ ਕੀਤਾ, ਨੱਚੀਆਂ ਵੀ ਇਹ ਸੜਕਾਂ ਤੇ। ਤੁਸੀਂ ਇਹ ਦੱਸੋ, ਸਾਡੇ ਇਸਲਾਮ ਦੀ ਅਗਰ ਅਸੀਂ ਗੱਲ ਕਰੀਏ, ਸਾਡੇ ਇਸਲਾਮ ਦੇ ਵਿੱਚ ਕਿੱਥੇ ਲਿਖਿਆ ਹੋਇਆ ਕਿ ਔਰਤਾਂ ਮਰਦਾਂ ਦੇ ਬਰਾਬਰ ਆ? ਮੈਂ ਇਹ ਨਹੀਂ ਕਹਿੰਦੀ ਕਿ ਔਰਤਾਂ ਮਰਦਾਂ ਦੇ ਬਰਾਬਰ ਨਹੀਂ ਕੰਮ ਕਰ ਸਕਦੀਆਂ, ਜਾਂ ਕੋਈ ਕਮਤਰ ਨਹੀਂ। ਠੀਕ ਆ, ਅਸੀਂ ਕਰ ਸਕਦੇ, ਲੇਕਿਨ ਜਿਹੜੀ ਚੀਜ਼ ਨੂੰ ਕੁਰਾਨ ਨੇ ਨਹੀਂ ਮੰਨਿਆ, ਕੁਰਾਨ ਨੇ ਨਹੀਂ ਸਾਨੂੰ ਹੁਕਮ ਦਿੱਤਾ, ਅੱਲਾਹ ਤਾਲਾ ਨੇ ਨਹੀਂ ਹੁਕਮ ਦਿੱਤਾ, ਅਸੀਂ ਉਹਨੂੰ ਕਿੱਦਾਂ ਮੰਨ ਸਕਦੇ ਹਾਂ? ਅਸੀਂ ਉਹਨੂੰ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਬਈ ਕੁਰਾਨ ਗਲਤ ਆ? ਕੁਰਾਨ ਦੇ ਵਿੱਚ ਮਰਦ ਨੂੰ ਇੱਕ ਹੱਥ ਉੱਪਰ ਰੱਖਿਆ, ਉਹ ਉੱਪਰ ਹੀ ਆ। ਔਰਤਾਂ ਅਗਰ ਬੀਵੀ ਦੀ ਸੂਰਤ 'ਚ ਹੋਣ, ਭੈਣ ਦੀ ਸੂਰਤ 'ਚ ਹੋਣ, ਜਾਂ ਕਿਸੇ ਬੇਟੀ ਦੀ ਸੂਰਤ 'ਚ ਹੋਣ, ਤੇ ਮਰਦ ਦੀ ਗੈਰਤ ਹੁੰਦੀ ਹੈ।
ਮਰਦ ਦੀ ਗੈਰਤ ਕਹਿੰਦੇ ਆ ਕਿ ਔਰਤ ਦੇ ਲਿਬਾਸ ਤੋਂ ਪਹਿਚਾਨੀ ਜਾਂਦੀ ਆ ਕਿ ਉਹ ਕਿੰਨਾ ਗੈਰਤਮੰਦ ਆ। ਤੇ ਸਾਰਾ ਜਿਹੜਾ ਨਾ ਉਹ ਮੁਹਿੰਮ ਜਿਹੜੀ ਚੱਲ ਰਹੀ ਆ, ਉਹ ਜਿਹੜੀਆਂ NGO ਪਾਕਿਸਤਾਨ 'ਚ ਬਣ ਚੁੱਕੀਆਂ, ਜਿਨ੍ਹਾਂ ਦਾ ਕੋਈ ਪਤਾ ਨਹੀਂ ਕੌਣ ਇਹਨਾਂ ਦਾ ਸਰਬਰਾਹ ਵਾ, ਕਿਹੜਾ ਸਰਪ੍ਰਸਤ ਆ, ਕੌਣ ਕੀ ਕਰਦਾ ਪਿਆ, ਉਹ ਸਾਰੀ ਚੀਜ਼ ਹੈ ਉਹੀ ਲੜੀ ਚੱਲਦੀ ਪਈ ਆ। ਹੁਣ ਉਧਰ ਨਹੀਂ ਹੋਇਆ, ਮੇਰਾ ਜਿਸਮ ਮੇਰੀ ਮਰਜ਼ੀ ਨਹੀਂ ਹੋਇਆ, ਤੇ ਹੁਣ ਇਹ ਵਾਲੀ ਚੀਜ਼ ਜਿਹੜੀ ਹੈ ਸ਼ੁਰੂ ਹੋ ਗਈ ਕਿ ਮੈਂ ਮੁੰਡਾ ਮੁੰਡਾ ਫੀਲ ਕਰਦੀ ਪਈ ਆ ਤੇ ਮੇਰਾ ਜੈਂਡਰ ਚੇਂਜ ਕਰ ਦਿਓ ਤੇ ਮੈਂ ਕੁੜੀ ਨਹੀਂ ਰਹਿਣਾ ਚਾਹੁੰਦੀ। ਅੱਛਾ, ਹੁਣ ਆਖਰ ਤੇ ਮੈਂ ਤੁਹਾਡੇ ਨਾਲ ਇੱਕ ਹੋਰ ਸਵਾਲ ਪਿਆ ਕਰਨਾ। ਪੂਰੀ ਦੁਨੀਆ ਜਿਹੜੀ ਨਾ ਗਲੋਬਲ ਵਿਲੇਜ ਹੈਗੀ ਤੇ ਇਹ ਹੱਥ ਤੇ ਰੱਖੀ ਹੈ, ਆਰ ਪਾਰ ਵੇਖੀ ਜਾ ਸਕਦੀ ਹੈ, ਤੇ ਆਲਮੀ ਪਲੇਅਰ ਜਿਹੜੇ ਨੇ ਉਹ ਹਰ ਜਗ੍ਹਾ ਕੰਮ ਕਰਦੇ ਨੇ, ਉਹ ਹਰ ਸ਼ੋਬੇ ਵਿੱਚ ਤੁਸੀਂ ਉਹਨਾਂ ਨੂੰ ਦੇਖੋ, ਉਹਨਾਂ ਦੇ ਲੱਛਣਾਂ ਨਾਲ ਪਤਾ ਲੱਗ ਜਾਂਦਾ ਹੈ ਕਿ ਕਿਹੜਾ ਇਸਰਾਈਲ ਵਾਸਤੇ ਕੰਮ ਕਰਦਾ ਹੈ, ਕਿਹੜਾ ਅਮਰੀਕਾ ਵਾਸਤੇ ਕੰਮ ਕਰਦਾ ਹੈ, ਕਿਹੜਾ ਰੂਸ ਵਾਸਤੇ ਕੰਮ ਕਰਦਾ ਹੈ, ਕਿਹੜਾ ਚੀਨ ਵਾਸਤੇ, ਕਿਹੜਾ ਸਾਊਦੀਆ ਵਾਸਤੇ ਤੇ ਕਿਹੜਾ ਈਰਾਨ ਵਾਸਤੇ ਕੰਮ ਕਰਦਾ ਹੈ। ਇਹ ਜਿਹੜੇ ਆਲਮੀ ਪਲੇਅਰ ਹਨ, ਉਹ ਮੈਂ ਚਾਹੁੰਦਾ ਵੀ ਇਹ ਸਾਨੂੰ ਪਤਾ ਤੇ ਲੱਗਦਾ ਹੈ, ਲੇਕਿਨ ਅਸੀਂ ਆਮ ਆਦਮੀ ਨੂੰ ਦਸੀਏ ਥੋੜਾ ਜਿਹਾ ਕਿ ਉਹ ਜ਼ਰਾ ਸਾਰਾ ਗੌਰ ਕਰਨ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕੌਣ ਕਿਹਦੇ ਵਾਸਤੇ ਕੰਮ ਕਰਦਾ ਪਿਆ। ਸਾਡੇ ਇੱਥੇ ਬੰਦੇ ਜਿਹੜੇ ਨੇ ਸਾਰੇ ਦੇ ਸਾਰੇ ਕੀ ਪੋਸਟਾਂ ਦੇ, ਉਹ ਮੈਨੂੰ ਲੱਗਦਾ ਹੈ ਪਾਕਿਸਤਾਨ ਵਾਸਤੇ ਤੇ ਕੋਈ ਕੰਮ ਨਹੀਂ ਕਰਦਾ, ਸਾਰੇ ਬਾਹਰ ਵਾਲਿਆਂ ਵਾਸਤੇ ਕੰਮ ਕਰਦੇ ਨੇ ਪਏ। ਤੁਸੀਂ ਇੱਕ ਮੀਡੀਆ ਪ੍ਰੈਕਟੀਸ਼ਨਰ ਹੋਣ ਦੇ ਨਾਤੇ, ਇੱਕ ਦਰਦਮੰਦ ਪਾਕਿਸਤਾਨੀ ਹੋਣ ਦੇ ਨਾਤੇ ਕੀ ਵੇਖਦੇ ਹੋ, ਇਹ ਫਰਿਸ਼ਤ ਬਣਦੀ ਹੈ ਕਿਧਰੇ ਨਜ਼ਰ ਆ ਜਾਂਦਾ ਹੈ ਕੌਣ ਕਿਹਦੇ ਵਾਸਤੇ ਕੰਮ ਕਰਦਾ ਪਿਆ? ਅਹਿਮਦ ਸਾਹਿਬ, ਤੁਹਾਨੂੰ ਸਹੀ ਅੱਲਾ ਲੱਗਦੀ ਗੱਲ ਦੱਸਾਂ ਤੇ ਉਹ ਇਹੀ ਆ ਕਿ ਆਵਾਮ ਵਾਕਈ ਹੁਣ ਬੜੀ ਉਹ 'ਚ ਅਵੇਅਰਨੈਸ ਆ ਗਈ ਆ। ਆਵਾਮ ਨੂੰ ਪਤਾ ਹੈ ਕਿ ਮੈਂ ਕੀ ਕਰਨਾ ਔਰ ਕਦੋਂ ਕਰਨਾ। ਔਰ ਦੂਸਰੀ ਗੱਲ ਹੈ, ਜੋ ਲੋਕ ਜੋ ਫੈਸਲਾ ਕਰਦੇ, ਹੁਣ ਜਿਸ ਤਰ੍ਹਾਂ ਲੀਡਰ ਦੀ ਗੱਲ ਕੀਤੀ, ਇਹਦੀ ਮੈਂ ਥੋੜੀ ਜਿਹੀ ਇੱਕ ਚੀਜ਼ ਜੋੜਨਾ ਚਾਹੂੰਗੀ। ਜਿਸ ਤਰ੍ਹਾਂ ਇਮਰਾਨ ਖਾਨ ਦੀ ਅਗਰ ਅਸੀਂ ਗੱਲ ਕਰੀਏ, ਇਮਰਾਨ ਖਾਨ ਨੇ ਜਿਹੜਾ ਵਿਜ਼ਨ ਦਿੱਤਾ ਸੀ ਆਵਾਮ ਨੂੰ, ਉਹ ਜੀ ਅਸੀਂ ਨੌਕਰੀਆਂ ਦੇਵਾਂਗੇ, ਆ ਕਰਾਂਗੇ, ਲੇਕਿਨ ਜਦੋਂ ਹੁਕੂਮਤ ਚਾਹੇ ਉਹਨੇ ਉਹ ਨਹੀਂ ਕੀਤਾ। ਆਵਾਮ ਨੂੰ ਇਸ ਚੀਜ਼ ਦਾ ਅਹਿਸਾਸ ਹੈ, ਆਵਾਮ ਨੂੰ ਪਤਾ ਕਿ ਇਹ ਲੀਡਰ ਹੁਣ ਝੂਠਾ ਵਾ, ਇਹ ਲੀਡਰ ਸਿਰਫ ਔਰ ਸਿਰਫ ਇਲੈਕਸ਼ਨ ਜਿੱਤਣ ਵਾਸਤੇ ਡਰਾਮੇਬਾਜ਼ੀ ਕਰਦਾ, ਲੈ ਕੇ ਅੰਦਰ ਡਰਾਮੇ ਕਰਦਾ, ਅਦਰਵਾਈਜ਼ ਕੁਝ ਵੀ ਨਹੀਂ। ਇਸੇ ਤਰ੍ਹਾਂ ਆਵਾਮ ਨੂੰ ਇੰਟਰਨੈਸ਼ਨਲ ਲੈਵਲ ਤੇ ਬੈਨ ਅਲ-ਅਕਵਾਮੀ ਬਰਾਦਰੀ ਜਿੰਨੀ ਵੀ ਆ, ਉਹਦੇ ਬਾਰੇ ਉਹਨਾਂ ਨੂੰ ਪਤਾ ਲੱਗਦਾ ਕਿ ਕੌਣ ਕਿਹਦੇ ਵਾਸਤੇ ਕੰਮ ਕਰਦਾ ਪਿਆ। ਜਿਸ ਤਰ੍ਹਾਂ ਕਿ ਤੁਸੀਂ ਗੱਲ ਕੀਤੀ ਕਿ ਗਲੋਬਲ ਵਿਲੇਜ ਬਣ ਚੁੱਕੀ ਦੁਨੀਆ, ਇਹ ਸੋਸ਼ਲ ਮੀਡੀਆ ਇੰਟਰਨੈਟ ਦਾ ਇਸਤੇਮਾਲ ਇੱਕ ਐਸੀ ਚੀਜ਼ ਆ ਕਿ ਤੁਸੀਂ ਜਿਸ ਮੁਲਕ ਦੇ ਬਾਰੇ ਚਾਹੋ, ਜਿਸ ਬੰਦੇ ਦੇ ਬਾਰੇ ਚਾਹੋ, ਜਿਹੜੇ ਵੀ ਕੋਈ ਫੇਮਸ ਆ ਜਾਂ ਕੋਈ ਮਸ਼ਹੂਰ ਹਸਤੀਆਂ ਨੇ, ਉਹਦੇ ਬਾਰੇ ਤੁਸੀਂ ਉਹਨਾਂ ਦੀ ਹਿਸਟਰੀ ਵੀ ਕੱਢ ਸਕਦੇ ਹੋ ਤੇ ਉਹਨਾਂ ਦੇ ਬਾਰੇ ਇਨਫੋਰਮੇਸ਼ਨ ਵੀ ਕੱਢ ਸਕਦੇ ਹੋ, ਤੁਹਾਨੂੰ ਸਾਰਾ ਪਤਾ ਲੱਗ ਜਾਂਦਾ। ਹੁਣ ਤੇ ਹਰ ਚੀਜ਼ ਸਾਡੇ ਫਿੰਗਰ ਟਿਪਸ ਤੇ ਆ, ਤੁਸੀਂ ਇੱਕ ਕਲਿੱਕ ਕਰੋ ਤੇ ਫਿੰਗਰ ਟਿਪ ਤੇ ਤੁਹਾਨੂੰ ਚੀਜ਼ਾਂ ਮਿਲ ਜਾਂਦੀਆਂ। ਤੇ ਫਿਰ ਤੁਹਾਨੂੰ ਹੁਣ ਕੀ ਲੱਗਦਾ ਕਿ ਜਿਹੜੀ ਹਕੂਮਤ ਆ, ਇਹ ਕਿਆ ਇਹਨੂੰ ਨਹੀਂ ਪਤਾ ਕਿ ਕੌਣ ਕਿਹਦੇ ਵਾਸਤੇ ਕੰਮ ਕਰਦਾ? ਤੁਸੀਂ ਬੱਚਿਆਂ ਵਾਲੀਆਂ ਗੱਲਾਂ ਕਰਦੇ, ਤੁਸੀਂ ਬੜਾ ਮਾਸੂਮ ਜਿਹਾ ਸਵਾਲ ਕੀਤਾ, ਮਾਸੂਮਾਨਾ ਸਵਾਲ ਦਾ ਜਵਾਬ ਹੁਣ ਮੈਂ ਕੀ ਦੇਵਾਂ ਕਿ ਐਡੇ ਵੱਡੇ ਲੈਵਲ ਤੇ ਜਦੋਂ ਇੱਕ ਆਵਾਮ ਨੂੰ ਪਤਾ ਕਿ ਕੀ ਹੋ ਰਿਹਾ ਤੇ ਉਹਨਾਂ ਨੂੰ ਕਿਉਂ ਨਹੀਂ ਪਤਾ? ਇਹ ਕਿਹਾ ਜਾ ਸਕਦਾ ਕਿਹੜਾ ਸਾਡਾ ਹੈ, ਹਾਂਜੀ, ਕਿਹੜਾ ਸਾਡਾ ਹੈ, ਬਾਕੀ ਸਾਰੇ ਲੋਕਾਂ ਦੇ ਹੈਗੇ ਨੇ। ਹਾਂਜੀ, ਅਸੀਂ ਇਜਾਜ਼ਤ ਲਵਾਂਗੇ। ਫਰਹਾਨਾ ਕੌਸਰ ਅੱਜ ਸਾਡੇ ਨਾਲ ਸਨ, ਮੀਡੀਆ ਪਰਸਨ ਨੇ, ਬੜੀ ਮਾਰੂਫ ਤੇ ਬੜੀ ਦਬੰਗ ਗੱਲ ਕਰਨ ਵਾਲੀਆਂ, ਤੇ ਮੈਂ ਤੁਹਾਡਾ ਬਾਬਾ ਅਹਿਮਦ ਲਤੀਫ। ਚੰਗਾ, ਅੱਲਾ ਬੇਲੀ।